ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਾਜੀਵ ਭਾਸਕਰ। ਭਾਸਕਰ ਸਾਹਿਬ ਜੀ ਆਇਆਂ। ਧੰਨਵਾਦ ਰੰਧਾਵਾ ਜੀ। ਭਾਸਕਰ ਸਾਹਿਬ, ਜਦੋਂ ਮੁਜ਼ੱਫਰਨਗਰ ਦੇ ਵਿੱਚ ਕਿਸਾਨਾਂ ਨੇ ਰਿਕਾਰਡ ਤੋੜ ਇਕੱਠ ਕੀਤਾ, ਜਦੋਂ ਉਧਰਲੇ ਬੰਨੇ ਜਕਾਰੇ ਗੂੰਜਦੇ ਰਹੇ, ਉਦੋਂ ਹੀ ਸਰਕਾਰ ਦੇ ਵਿੱਚ ਹਾਕਮ ਧਿਰ 'ਚ ਘੰਟੀਆਂ ਵੱਜਦੀਆਂ ਰਹੀਆਂ। ਗੱਲਬਾਤ ਅੱਗੇ ਤੁਰਦੀ ਰਹੀ ਕਿ ਜਿਹੜੀ ਮੂਵਮੈਂਟ ਨੂੰ ਅਸੀਂ ਹੁਣ ਆਈ ਗਈ ਸਮਝਦੇ ਸੀ ਕਿ ਦੇਰ ਸਵੇਰ ਇਹਨੇ ਦਮ ਤੋੜ ਦੇਣਾ ਹੈ, ਉਹ ਤਾਂ ਮੁੜ ਕੇ ਖੜੀ ਹੋ ਗਈ। ਇਹ ਤਾਂ ਸਾਡੇ ਗੜ 'ਚ ਖੜੀ ਹੋ ਗਈ, ਇਹ ਤਾਂ ਸਾਡੇ ਗਲ 'ਚ ਗੂਠਾ ਦੇਗੀ। ਉਦੋਂ ਬਹੁਤ ਸਾਰਾ ਐਸਾ ਤਾਮ ਝਾਮ ਹੁੰਦਾ ਰਿਹਾ ਜਿਹਦਾ ਅਸੀਂ ਜ਼ਿਕਰ ਕਰਾਂਗੇ। ਪੰਜਾਬ ਨਾਲ ਸੰਬੰਧਿਤ ਕੁਝ ਵੱਡੇ ਆਗੂ ਦਿੱਲੀ ਦੇ ਵਿੱਚ ਜਿਹੜੇ, ਉਹਨਾਂ ਨਾਲ ਰਾਬਤਾ ਕੀਤਾ ਗਿਆ ਵੀ ਕੋਈ ਠੰਡ ਕਰਾਓ, ਗੱਲ ਤੋਰੀਏ, ਟੁੱਟੀ ਲੜੀ ਅੱਗੇ ਜੋੜੀਏ, ਤੇ ਗੱਲ ਕਰਾਂਗੇ। ਦੂਜੇ ਪਾਸੇ ਪੰਜਾਬ ਦੇ ਸਿਆਸੀ ਦ੍ਰਿਸ਼ ਵਿੱਚ ਸਨਾਟਾ ਹੈ। ਸਿੱਧੂ ਦੇ ਦਿੱਲੀੋਂ ਮੁੜਨ ਬਾਅਦ ਕਾਂਗਰਸ ਦੀ ਸਰਗਰਮੀ ਸਿਫਰ ਵਰਗੀ ਆ ਸੰਗਠਨ ਦੇ ਮਾਮਲੇ 'ਚ, ਲੇਕਿਨ ਅਕਾਲੀ ਦਲ ਨੇ ਜਿਹੜਾ ਸਸਪੈਂਡ ਕੀਤਾ ਆਪਣਾ ਮੁਹਿੰਮ, ਉਸ ਨੂੰ 11 ਤੱਕ ਇਹ ਚਲਾ ਪਾਉਣਗੇ ਕਿ ਨਹੀਂ। ਜਿਹੜੀ ਚਿੱਠੀ ਅਕਾਲੀ ਦਲ ਨੇ ਸੰਯੁਕਤ ਮੋਰਚੇ ਨੂੰ ਲਿਖੀ, ਉਹਦਾ ਹੁੰਗਾਰਾ ਆਉਂਦਾ ਕਿ ਨਹੀਂ ਆਉਂਦਾ। ਜੇ ਇਸ ਵਫਦ ਨਾਲ, ਚੰਦੂ ਮਾਜਰੇ ਹੋਣਾ ਵਾਲੇ ਵਫਦ ਦੇ ਨਾਲ, ਜੇ ਕਿਸਾਨਾਂ ਦੀ ਗੱਲਬਾਤ ਅੱਗੇ ਨਾ ਤੁਰੀ, ਅਫੀਸ਼ੀਅਲ, ਅਨਅਫੀਸ਼ੀਅਲ ਤਾਂ ਬਹੁਤ ਕੁਝ ਹੁੰਦਾ, ਜੇ ਅਫੀਸ਼ੀਅਲ ਨਾ ਅੱਗੇ ਤੁਰੀ ਤਾਂ ਕੀ ਅਕਾਲੀ ਦਲ 100 ਦਿਨ 100 ਹਲਕੇ ਅੱਗੇ ਵਧਾ ਸਕੇਗਾ ਕਿ ਨਹੀਂ। ਪੰਜਾਬ ਦੇ ਵਿੱਚ ਰਾਜਨੀਤਿਕ ਸਰਗਰਮੀਆਂ ਇੱਕ ਤਰੀਕੇ ਨਾਲ ਪੁੱਠਾ ਗੇੜਾ ਲੈ ਜਾਣਗੀਆਂ। ਤੇ ਤੀਜੀ ਗੱਲ ਕਿ ਕਿਸਾਨੀ ਮਾਮਲਿਆਂ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇੱਕ ਵਿਚੋਲੀਏ ਵਜੋਂ ਹਾਕਮ ਧਿਰ ਵਰਤਣ ਦੇ ਯਤਨ 'ਚ ਹੋਊਗੀ। ਇਹ ਸਾਰੇ ਸਵਾਲਾਂ ਤੇ ਗੱਲ ਕਰਦੇ ਹਾਂ, ਕੁਝ ਹੋਰ ਖਬਰਾਂ ਵੀ ਲਵਾਂਗੇ। ਪਰ ਮੈਨੂੰ ਸਭ ਤੋਂ ਪਹਿਲਾਂ ਇਹ ਦਿਲਚਸਪ ਲੱਗਿਆ ਕਿ ਜਿਹੜੀ ਧੌਣ ਕਦੇ ਝੁਕਦੀ ਨਹੀਂ, ਆਖੇ ਅਸੀਂ ਨਹੀਂ ਮੰਨਦੇ, ਕੱਲ ਉਸ ਧੌਣ 'ਚ ਵਲ ਪੈਣ ਨੂੰ ਫਿਰਦਾ ਸੀਗਾ। ਕੇਂਦਰੀ ਹਾਕਮ ਘਬਰਾਇਆ ਜਿਹਾ ਫਿਰਦਾ ਸੀ ਕਿ ਯੂਪੀ ਦੇ ਵਿੱਚ ਸੀਟਾਂ ਦਾ ਅੰਕੜਾ ਤਾਂਠਾ ਹੋਇਆ ਤਾਂ ਦਿੱਲੀ ਹਿੱਲੂਗੀ। ਸੋ ਪੰਜਾਬ ਦੇ ਨਾਲ ਸੰਬੰਧਿਤ ਕੁਝ ਉੱਪਰਲੇ ਲੋਕਾਂ ਨਾਲ RSS ਸੰਘ ਦੇ ਲੋਕਾਂ ਨੇ ਗੱਲਬਾਤ ਤੋਰੀ ਕਿ ਚਲੋ 2-4 ਦਿਨ ਰੋਕੇ ਹੀ ਸਹੀ, ਇਹ ਠੰਡੇ ਹੋ ਲੈਣ, ਕਿਸਾਨ ਆਗੂਆਂ ਦੀ ਗੱਲ ਅੱਗੇ ਵਧਾਈਏ, ਇਹਨਾਂ ਨਾਲ ਅਗਲੇ ਗੇੜ ਦੀ ਗੱਲ 'ਚ ਬੈਠੀਏ। ਜਿਹੜੀ ਸਰਕਾਰ ਕਹਿੰਦੀ ਸੀ ਨਹੀਂ ਸੋ ਤੁਰਦੇ ਅਸੀਂ ਜਿੰਨਾ ਚਿਰ ਤੁਸੀਂ ਸ਼ਰਤਾਂ ਨਹੀਂ ਛੱਡਦੇ, ਮੈਨੂੰ ਲੱਗਦਾ ਹੁਣ ਬਿਨਾਂ ਸ਼ਰਤ ਗੱਲਬਾਤ ਅੱਗੇ ਵਧੂਗੀ। ਟਿੱਪਣੀ ਦਿਓ ਜੇ, ਕਿਉਂਕਿ ਮੁਜ਼ੱਫਰਨਗਰ 'ਚ ਲੱਖਾਂ ਲੋਕ ਸੀ, ਲੱਖਾਂ ਸਿਰ ਸੀ। ਜਦੋਂ ਸਿਰ ਜੁੜਦੇ ਆ, ਗਿਣਤੀ ਜੁੜਦੀ ਆ, ਤੇ ਲੋਕਤੰਤਰ ਦੇ ਵਿੱਚ ਗਿਣਤੀ ਦੇ ਨਾਂ ਤੇ ਬਹੁਤ ਕੁਝ ਬਦਲਿਆ। ਰੰਧਾਵਾ ਜੀ, ਜਦ 26 ਨਵੰਬਰ ਨੂੰ ਪਿਛਲੇ ਸਾਲ ਜਿਸ ਤਰੀਕੇ ਨਾਲ ਕਿਸਾਨ ਪੰਜਾਬ ਤੋਂ, ਹਰਿਆਣਾ ਤੋਂ ਦਿੱਲੀ ਵੱਲ ਚੱਲੇ ਸੀਗੇ, ਉਸ ਟਾਈਮ ਸਰਕਾਰ ਨੂੰ ਇਹ ਲੱਗਦਾ ਸੀਗਾ ਕਿ ਵੀ ਚਲੋ 2 ਕੁ ਦਿਨ ਇੱਥੇ ਰਹਿਣਗੇ, ਉਸ ਤੋਂ ਬਾਅਦ ਵਾਪਸ ਚਲੇ ਜਾਣਗੇ। ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ, ਪਹਿਲੇ ਸ਼ੰਭੂ ਬਾਰਡਰ, ਫਿਰ ਸਿੰਘੂ ਬਾਰਡਰ ਤੇ ਜ਼ਰੂਰ ਗਏ, ਪਰ ਅੱਜ ਤੱਕ ਉੱਥੇ ਹੀ ਬੈਠੇ ਨੇ। ਜਦ ਕਿਸਾਨ ਉਸ ਟਾਈਮ ਕਹਿੰਦੇ ਸੀਗੇ ਕਿ ਆਪਾਂ 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਹਾਂ, ਲੋਕੀ ਕਹਿੰਦੇ ਸੀ ਵੀ ਆਹ ਗੱਲਾਂ ਹੀ ਹੈਗਾ, 6 ਮਹੀਨੇ ਕੋਈ ਅੰਦੋਲਨ ਚੱਲ ਸਕਦਾ ਹੈ। ਪਰ 26 ਤਰੀਕ ਨੂੰ 10 ਮਹੀਨੇ ਹੋ ਜਾਣਗੇ ਅੰਦੋਲਨ ਨੂੰ, ਔਰ ਉਸ ਤੋਂ ਬਾਵਜੂਦ ਜਿੰਨੇ ਵੀ ਦੇਸ਼ ਦੇ ਵਿੱਚ ਜਿੱਥੇ ਕਿਸਾਨੀ ਵਸਦੀ ਹੈ, ਜਿੱਥੇ ਕਿਸਾਨ ਵਸਦੇ ਨੇ, ਉੱਥੇ ਇਹ ਅੰਦੋਲਨ ਅੱਗ ਫੜ ਰਿਹਾ। ਹੁਣ ਮੁਜ਼ੱਫਰਨਗਰ ਦੇ ਵਿੱਚ ਕੱਲ ਦੀ ਮਹਾਪੰਚਾਇਤ, ਮੇਰੇ ਖਿਆਲ ਨਾਲ ਕੋਈ ਵੀ ਇੱਦਾਂ ਦੀ ਪੋਲੀਟੀਕਲ ਰੈਲੀ ਨਹੀਂ ਹੁੰਦੀ, ਭਾਵੇਂ ਮੋਦੀ ਸਾਹਿਬ ਆਪ ਵੀ ਰੈਲੀ ਕਰ ਲੈਣ, ਇੰਨਾ ਇਕੱਠ ਨਹੀਂ ਹੁੰਦਾ। ਔਰ ਉਸ ਇਕੱਠ ਦੇ ਵਿੱਚ ਜੋਸ਼ ਤੋਂ ਬਾਅਦ ਲੀਡਰਾਂ ਦੇ ਭਾਸ਼ਣ, ਲੀਡਰ ਉਹ ਮੁਜ਼ੱਫਰਨਗਰ ਦੀ ਧਰਤੀ ਤੋਂ, ਜਿੱਥੇ ਕਦੀ ਦੰਗੇ ਹੋਇਆ ਕਰਦੇ ਸੀਗੇ, ਜਿੱਥੇ ਹਿੰਦੂ ਮੁਸਲਿਮ ਦੇ ਬਹੁਤ ਰਫੜ ਪਏ ਹੁੰਦੇ ਸੀਗੇ, ਉੱਥੋਂ ਕਿਸਾਨ ਆਗੂਆਂ ਨੇ ਨਾਰੇ ਵੀ ਕੀ ਲਾਏ, ਅੱਲਾਹੂ ਅਕਬਰ, ਹਰ ਹਰ ਮਹਾਦੇਵ। ਯਾਨੀ ਜਿਹੜੀ ਸਦਭਾਵਨਾ ਦੀ ਗੱਲ ਉਸ ਸਟੇਜ ਤੋਂ ਹੋਈ, ਜਿੱਥੋਂ ਇਹ ਕੋਸ਼ਿਸ਼ ਕੀਤੀ ਜਾਂਦੀ ਸੀ ਵੀ ਇਹ ਮੁਸਲਿਮ ਡੋਮੀਨੇਟਡ ਏਰੀਏ ਦੇ ਵਿੱਚ ਹੀ ਇਹ ਜਿਹੜੀ ਮਹਾਪੰਚਾਇਤ ਕਿਉਂ ਹੋ ਰਹੀ ਹੈ। ਪਰ ਚਲੋ, ਕਿਸਾਨੀ ਆਗੂਆਂ ਦੇ ਨਾਲ ਕੁਝ ਰਾਜਨੀਤਿਕ ਪਾਰਟੀਆਂ ਵੀ ਜ਼ਰੂਰ ਜੁੜੀਆਂ ਹੋਈਆਂ, ਪਰ ਉਹਦੇ ਵਿੱਚ ਭਾਜਪਾ ਦੇ ਇੱਕ ਆਗੂ ਨੇ, ਕੱਲ ਦੇਖੋ ਤੁਸੀਂ, ਵਰੁਣ ਜਿਹੜੇ ਗਾਂਧੀ ਹੈਗੇ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਕਿ ਛੇਤੀ ਤੋਂ ਛੇਤੀ ਕਿਸਾਨਾਂ ਦੇ ਨਾਲ BJP ਜਾਂ ਕੇਂਦਰ ਸਰਕਾਰ ਨੂੰ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ, ਤਾਂ ਕਿ ਗੱਲਬਾਤ ਦੇ ਰਾਹੀਂ ਕਿਸੇ ਮਸਲੇ ਦਾ ਹੱਲ ਕੱਢਿਆ ਜਾ ਸਕੇ। ਉਸ ਸਟੇਜ ਤੋਂ ਕਿਸਾਨਾਂ ਨੇ ਅਨਾਉਂਸ ਕਰਤਾ ਕਿ 7 ਤਰੀਕ ਨੂੰ, ਯਾਨੀ ਪਰਸੋਂ, ਅੱਜ 6 ਹੋ ਗਈ, ਕੱਲ ਉਹ ਕਰਨਾਲ ਦੇ ਵਿੱਚ ਇੱਕ ਮਹਾਪੰਚਾਇਤ ਕਰਨਗੇ, ਵੱਡਾ ਪ੍ਰੋਟੈਸਟ ਕਰਨਗੇ, ਜਿੱਥੇ SDM ਨੇ ਆਰਡਰ ਦਿੱਤੇ ਸੀਗੇ ਕਿਸਾਨਾਂ ਦੇ ਉੱਤੇ ਲਾਠੀਚਾਰਜ ਦੇ। ਉਸ SDM ਬਰਖਾਸਤੀ ਦੀ ਮੰਗ ਵੀ ਕੀਤੀ ਹੈ, ਪਰ ਉਸ ਤੋਂ ਪਹਿਲੇ ਹਰਿਆਣਾ ਸਰਕਾਰ ਨੇ ਵੀ ਧਾਰਾ 144 ਲਾ ਕੇ ਉੱਥੇ ਦੁਬਾਰਾ ਟਕਰਾਵ ਦੀ ਸਥਿਤੀ ਪੈਦਾ ਹੋਈ
ਇਹਦੀ ਪੂਰੀ ਇੱਕ ਰਣਨੀਤੀ ਤਿਆਰ ਕੀਤੀ ਹੈ। ਕੱਲ ਪਤਾ ਨਹੀਂ ਹੁਣ ਕਰਨਾਲ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਨੇ। ਔਰ ਉਸ ਤੋਂ ਬਾਅਦ 12 ਸਤੰਬਰ ਦੀ ਡੇਟ ਵੀ ਕੱਲ ਕਿਸਾਨਾਂ ਨੇ ਆਪਣੇ ਮੰਚ ਤੋਂ ਦਿੱਤੀ, ਜਦ ਉਹ ਲਖਨਊ ਦੇ ਵਿੱਚ ਮਹਾਪੰਚਾਇਤ ਕਰਨਗੇ। ਯਾਨੀ ਮਿਸ਼ਨ ਉੱਤਰਾਖੰਡ ਦੀ ਗੱਲ ਉਹਨਾਂ ਨੇ ਕੀਤੀ ਹੈ, ਮਿਸ਼ਨ ਯੂਪੀ ਦੀ ਗੱਲ ਕੀਤੀ ਹੈ, ਤੇ ਮਿਸ਼ਨ ਪੰਜਾਬ ਦੀ ਗੱਲ ਤਾਂ ਪਹਿਲੇ ਵੀ ਚੱਲਦੀ ਹੈ। ਇਹਦੇ ਰਾਹੀਂ ਮੈਨੂੰ ਇਹ ਲੱਗਦਾ ਹੈ ਕਿ RSS ਹੋਏ, ਭਾਜਪਾ ਹੋਏ ਜਾਂ ਕੇਂਦਰ ਸਰਕਾਰ ਹੋਏ, ਸਾਰਿਆਂ ਦੇ ਪੈਰ ਕੰਬਦੇ ਨਜ਼ਰ ਆਉਂਦੇ ਨੇ। ਤਾਂ ਹੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ RSS ਦੇ ਆਗੂ ਵੀ ਅੰਦਰ ਖਾਤੇ ਰਾਬਤਾ ਕਾਇਮ ਕਰ ਰਹੇ ਨੇ, ਭਾਵੇਂ ਵਿਰੋਧੀ ਪਾਰਟੀਆਂ ਦੇ ਲੋਕ ਹੀ ਹੋਣ। ਹਾਲਾਂਕਿ ਤੁਸੀਂ ਕਿਹਾ ਕਿ BJP ਦੇ ਆਗੂਆਂ ਨੂੰ ਉਹਨਾਂ ਨੇ ਕਿਹਾ ਕਿ ਵੀ ਮਸਲੇ ਦਾ ਹੱਲ ਕਰਾਓ। ਸਾਂਪਲਾ ਉਹਨਾਂ ਪਿਛਲੇ ਤੁਹਾਨੂੰ ਪਤਾ ਲੱਗਿਆ ਕਿ ਮੋਦੀ ਸਾਹਿਬ ਨੂੰ ਮਿਲੇ ਸੀ। ਨਹੀਂ, ਮੈਂ ਦਰੁਸਤ ਕਰ ਦਿਆਂ ਕੁਝ ਸਿੱਖ ਆਗੂ ਦਿੱਲੀ ਨਾਲ ਸੰਬੰਧਿਤ ਜਿਹੜੇ ਆ ਉਹਨਾਂ ਨੂੰ ਵੀ ਕਿਹਾ ਗਿਆ ਕਿ ਕੋਈ ਵਿਚਲਾ ਤਰੀਕਾ ਲੱਭੋ, ਪੰਜਾਬ ਦੇ ਆਪਣੇ ਸਾਧਨ ਵਰਤੋ, ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਸੰਯੁਕਤ ਮੋਰਚੇ ਦੇ ਵਿੱਚ, ਇਹਨੂੰ ਠੰਡਾ ਕਰੀਏ। ਉਹ ਵੀ ਥੱਕ ਜਾਣਗੇ, ਸਾਡਾ ਵੀ ਨੁਕਸਾਨ ਹੋਊਗਾ, ਇਹਨਾਂ ਨੂੰ ਕਿਸੇ ਇੱਕ ਨੁਕਤੇ ਤੇ ਲੈ ਆਈਏ, ਅਸੀਂ ਗੱਲ ਕਰਨ ਨੂੰ ਤਿਆਰ ਆ, ਤੁਸੀਂ ਗੱਲ ਅੱਗੇ ਵਧਾਓ। RSS ਮੋਦੀ ਗਵਰਨਮੈਂਟ ਨੂੰ ਸੁਨੇਹਾ ਲਾ ਰਹੀ ਹੈ ਕਿ ਹੁਣ ਇਹ ਰੋਸ ਝੱਲਿਆ ਨਹੀਂ ਜਾਣਾ। BJP ਵੱਲੋਂ ਇੱਕ ਜਿਹੜਾ ਸਟੇਟਮੈਂਟ ਜਾਰੀ ਹੋਇਆ, ਉਹ ਸਟੇਟਮੈਂਟ 'ਚ ਕਿਹਾ ਗਿਆ ਕਿ ਇਹ ਕੋਈ ਕਿਸਾਨ ਅੰਦੋਲਨ ਥੋੜੀ ਆ, ਇਹ ਤਾਂ ਸਿਆਸੀ ਰੈਲੀ ਆ, ਇਹ ਤਾਂ ਸਿਆਸੀ ਸਰਗਰਮੀ ਆ। ਤੇ ਭਈ ਭਲਿਓ ਮਾਨਸੋ, ਉਹ ਜਦੋਂ ਤੁਸੀਂ ਮੰਨੋਗੇ ਹੀ ਨਹੀਂ, ਤੁਸੀਂ ਅੰਦੋਲਨ ਨੂੰ ਅੰਦੋਲਨ ਨਹੀਂ ਸੀ ਮੰਨਦੇ, ਕਿਸਾਨਾਂ ਨੂੰ ਤੁਸੀਂ ਅੰਦੋਲਨ ਜੀਵੀ ਕਹਿੰਦੇ ਸੀ। ਅੰਦੋਲਨ ਜੀਵੀ ਦਾ ਮਤਲਬ ਭਾਸਕਰ ਸਾਹਿਬ ਉਹ ਹੁੰਦਾ ਹੈ ਕਿ ਜਿਹੜਾ ਇਹਨਾਂ ਤੋਂ ਹੀ ਰੋਟੀ ਪਾਣੀ ਖਾਂਦਾ। ਅੰਦੋਲਨ ਜੀਵੀ ਦਾ ਕਿ ਅੰਦੋਲਨ ਕਰੋ, ਪੈਸੇ ਇਕੱਠੇ ਕਰੋ ਜਾਂ ਜੋ ਵੀ। ਸੋ ਕਈ ਸਲੋਗਨ ਲਾਏ ਤੁਸੀਂ, ਕਈ ਬਿੰਬ ਪ੍ਰਤੀਬਿੰਬ ਵਰਤੇ। ਖੈਰ, ਜਦੋਂ ਜਿਹੜੇ ਰਾਹ ਥਾਣੀ ਕਹਿੰਦੇ ਅੰਦੋਲਨ ਕਾਮਯਾਬ ਹੁੰਦਾ, ਅਗਲਿਆਂ ਉਹੀ ਕਰਨਾ। ਜੇ ਸਿਆਸਤ ਆ ਤਾਂ ਫਿਰ ਸਿਆਸਤ ਆ। ਕਿਸਾਨ ਕਹਿੰਦੇ ਜੀ ਜੇ ਸਿਆਸਤ ਨਾਲ ਸਿਆਸਤ ਨੂੰ ਕਾਟ ਕੀਤਾ ਜਾਂਦਾ ਤੇ ਸਾਡੇ ਲਈ ਕਿਹੜੀ ਵਿਵਰਜਤ ਆ, ਅਸੀਂ ਵੀ ਤਾਂ ਇਸੇ ਡੈਮੋਕ੍ਰੈਟਿਕ ਸੈਟਅਪ ਦਾ ਹਿੱਸਾ ਹੈ। ਪੰਜਾਬ ਦੇ ਵਿੱਚ ਉਸੇ ਹੀ ਤਰੀਕੇ ਨੇ ਸਿਆਸੀ ਲੋਕਾਂ ਨੂੰ ਬਥੇਰੇ ਛਲਾਵੇ ਹੋਏ, ਬਥੇਰੇ ਸਭ ਨੇ ਕਿਸਾਨ ਹਤੈਸ਼ੀ ਹੋਣ ਦੇ ਦਾਅਵੇ ਕਰ ਲਏ, ਫੈਸਲੇ ਇੰਜ ਦੇ ਦਿਖਾਤੇ, ਲੇਕਿਨ ਜਦੋਂ ਉਹ ਸਰਗਰਮੀ ਕਰਨ ਲੱਗੇ ਕਹਿੰਦੇ ਨਾ, ਜਾਂ ਤਾਂ ਜੇ ਸਰਗਰਮੀ ਕਰਨੀ ਤਾਂ ਫਿਰ ਕਿਸਾਨਾਂ ਦੇ ਹੱਕ 'ਚ ਕਰੋ, ਜਾਂ ਫਿਰ ਐਡੀ ਕਾਹਲ ਕਾਹਦੀ। ਸੋ ਸਿਆਸਤ ਹੁਣ ਸਿਆਸਤ ਵਾਂਗ ਹੀ ਚੱਲੂਗੀ। ਕਿਸਾਨਾਂ ਨੇ ਫੈਸਲਾ ਕਰ ਲਿਆ। ਮੈਨੂੰ ਲੱਗਦਾ UP ਦੇ ਵਿੱਚ ਇਸ ਸਰਗਰਮੀ ਨੇ ਸਰਕਾਰ ਦੇ ਪੈਰ ਉਖਾੜੇ ਨੇ ਕਿ ਜੇ ਇਹ ਸਿਲਸਿਲਾ ਵਿਸਥਾਰ ਲੈ ਗਿਆ ਤਾਂ ਕਿਹੜੇ ਤਰੀਕੇ ਨਾਲ ਅਸੀਂ UP ਅਗਲੇ 5 ਮਹੀਨਿਆਂ 6 ਮਹੀਨਿਆਂ 'ਚ ਹੋਣ ਵਾਲੀ ਇਲੈਕਸ਼ਨ ਜਿੱਤਾਂਗੇ। ਪੰਜਾਬ ਦੇ ਵਿੱਚ ਤਾਂ ਆਲਰੇਡੀ ਤੁਹਾਨੂੰ ਪਤਾ ਕਿਹੋ ਜਿਹਾ ਮਾਹੌਲ ਆ। ਖੈਰ, ਗੱਲਬਾਤ ਕਿਸਾਨ ਆਗੂ ਮੰਨਦੇ ਕਿ ਨਹੀਂ, ਕਿਉਂਕਿ ਯੋਗਿੰਦਰ ਯਾਦਵ ਪਿਛਲੀ ਵਾਰੀ ਜਦੋਂ ਲਾਸਟ ਗੱਲ ਹੋਈ ਸੀ, ਇੱਕ ਮੌਕੇ ਤੇ ਆ ਕੇ ਪ੍ਰਧਾਨ ਮੰਤਰੀ ਅਨਾਉਂਸ ਕਰਨਾ ਚਾਹੁੰਦੇ ਸੀ, ਕੋਈ ਅਨਾਉਂਸਮੈਂਟ ਚਾਹੁੰਦੇ ਸੀ, ਕਾਫੀ ਗੱਲ ਮੁੱਕ ਗਈ ਸੀ। ਉੱਥੇ ਰਾਜੇਵਾਲ ਔਰ ਜੋਗਿੰਦਰ ਯਾਦਵ ਦੇ ਵਿੱਚ ਜਿਹੜੀ ਲਾਸਟ ਗੱਲ ਹੋਈ, ਉਸ ਤੋਂ ਬਾਅਦ ਉਹ ਗੱਲ ਮੈਂ ਨਾ ਮਾਨੂ ਤੇ ਆ ਗਈ ਕਿ ਅਸੀਂ ਨਹੀਂ ਮੰਨਦੇ ਜਿੰਨਾ ਚਿਰ ਟੋਟਲ ਰੱਦ ਨਹੀਂ ਹੁੰਦੇ। ਉਦੋਂ ਉਹਨੂੰ ਪੋਸਟਪੋਨ ਕਰਨ ਦੀ ਗੱਲ ਹੋਈ ਸੀ, ਉਹਨਾਂ ਨੂੰ ਸਸਪੈਂਡ ਕਰਨ ਦੀ ਗੱਲ ਹੋਈ ਸੀਗੀ ਕਾਨੂੰਨਾਂ ਨੂੰ, ਲੇਕਿਨ ਅਖੀਰ 'ਚ ਗੱਲ ਨਹੀਂ ਬਣੀ ਤੇ ਉਸ ਤੋਂ ਬਾਅਦ ਗੱਲ ਹੀ ਨਹੀਂ ਤੁਰੀ। ਲੇਕਿਨ ਐਤਕੀ ਜਿਹੜਾ ਸਿਰਾਂ ਦਾ ਸਮੁੰਦਰ ਹੈ, ਐਤਕੀ ਜਿਹੜਾ ਲੋਕਾਂ ਦਾ ਪ੍ਰੈਸ਼ਰ ਹੈ, ਮੈਨੂੰ ਲੱਗਦਾ ਇਹਦੇ ਤੋਂ ਬਾਅਦ ਗੱਲਬਾਤ ਜਲਦੀ ਸ਼ੁਰੂ ਹੋ ਜਾਊਗੀ। ਤਰੀਕਾਕਾਰ ਕੋਈ ਵੀ ਹੋਵੇ, ਵਿਚੋਲਾ ਕੋਈ ਵੀ ਹੋਵੇ, ਹੋ ਸਕਦਾ ਇਹਦੇ ਵਿੱਚ ਕਾਫੀ ਵੱਡੇ ਆਗੂਆਂ ਨੂੰ ਵੀ ਪਾਇਆ ਜਾਵੇ। ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ। ਪਹਿਲੇ ਜਿਹੜੀ ਕੇਂਦਰ ਸਰਕਾਰ ਇਸ ਕਿਸਾਨੀ ਅੰਦੋਲਨ ਨੂੰ ਸਿਰਫ ਪੰਜਾਬ ਤੱਕ ਸੀਮਿਤ ਮੰਨਦੀ ਸੀ, ਔਰ ਉਹ ਮੰਨਦੇ ਸੀਗੇ ਕਿ ਪੰਜਾਬ ਦੇ ਕਿਸਾਨ ਇਸ ਅੰਦੋਲਨ ਨੂੰ ਚਲਾ ਰਹੇ ਨੇ, ਕਿਉਂਕਿ ਪੰਜਾਬ ਦੇ ਵਿੱਚ ਰਾਜਨੀਤਿਕ ਉਹਨਾਂ ਦੀ ਭੂਮੀ ਭਾਜਪਾ ਦੀ ਕੋਈ ਬਹੁਤੀ ਨਹੀਂ ਸੀ, ਤੇ ਇਸ ਕਰਕੇ ਉਹਨਾਂ ਨੇ 2-4 ਮਹੀਨੇ ਤੇ ਪਰਵਾਹ ਇਸ ਕਰਕੇ ਨਹੀਂ ਕੀਤੀ ਕਿ ਵੀ ਇੱਥੇ ਕੀ ਹੈ, ਸਾਨੂੰ ਤੇ ਪਤਾ ਹੀ ਹੈ ਜੋ BJP ਦਾ ਕੋਈ ਬਹੁਤ ਵੱਡਾ ਆਧਾਰ ਪੰਜਾਬ ਦੇ ਵਿੱਚ ਨਹੀਂ ਹੈ। ਪਰ ਹੁਣ ਜਦ ਅੱਗ UP ਵੱਲ ਫੈਲਣੀ ਸ਼ੁਰੂ ਹੋ ਗਈ, ਗੱਲ ਉੱਤਰਾਖੰਡ ਦੀ ਵੀ ਹੋਈ, ਉਸ ਤੋਂ ਪਹਿਲੇ ਜਿਹੜਾ ਵੈਸਟ ਬੰਗਾਲ ਦੇ ਵਿੱਚ ਕਿਸਾਨਾਂ ਨੇ ਅੰਦੋਲਨ ਕੀਤਾ, ਕਿਸਾਨਾਂ ਨੇ ਉੱਥੇ ਪ੍ਰੋਟੈਸਟ ਕੀਤਾ, BJP ਦਾ ਵਿਰੋਧ ਕੀਤਾ। ਸ਼ਾਇਦ ਇਹ ਵੀ ਇੱਕ ਕਾਰਨ ਸੀਗਾ ਜਿਹਦੇ ਵਿੱਚ ਮਮਤਾ ਬੈਨਰਜੀ ਦੀ ਇੱਕ ਵੱਡੀ ਜਿੱਤ ਹੋਈ। ਇਹਨਾਂ ਸਾਰੀ ਗੱਲਾਂ ਦੇ ਵਿੱਚ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ, ਉਹਨਾਂ ਨੂੰ ਸਭ ਤੋਂ ਜ਼ਿਆਦਾ ਡਰ ਹੁੰਦਾ ਆਪਣੀ ਕੁਰਸੀ ਦਾ। ਹੁਣ ਕੁਰਸੀ ਮਿਲਦੀ ਨਜ਼ਰ ਆਈ ਹੈ, ਤੇ ਜਿਹੜੀ ਤੁਸੀਂ ਕਵਾਇਦ ਦੀ ਗੱਲ ਕਰ ਰਹੇ ਹੋ, ਉਹ ਇਸ ਟਾਈਮ ਕੁਛ ਨਹੀਂ ਦੇਖ ਰਹੇ ਕਿ ਕੌਣ ਕਿਹੜੀ ਪੋਲੀਟੀਕਲ ਪਾਰਟੀ ਕੋਈ ਵੀ ਕਿਸਾਨੀ ਸੰਘਰਸ਼, ਕਿਸਾਨੀ ਅੰਦੋਲਨ ਦਾ ਕੋਈ ਹੱਲ ਲੱਭ ਕੇ ਦੇ, ਉਹਨੂੰ ਰੈੱਡ ਕਾਰਪੇਟ ਵੈਲਕਮ ਦੇ ਰਹੇ ਨੇ। ਪਰ ਉਹ ਗੱਲ 3 ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਦੇ ਉੱਤੇ ਹਜੇ ਵੀ ਮੋਦੀ ਸਾਹਿਬ ਦੀ ਜਾਂ ਭਾਜਪਾ ਦੀ ਅੜੀ ਹੋਈ ਹੈ, ਕਿਉਂਕਿ ਅਗਰ ਉਹ ਰੱਦ ਕਰਦੇ ਨੇ ਤੇ 10 ਮਹੀਨੇ ਦੇ ਅੰਦੋਲਨ ਤੋਂ ਬਾਅਦ ਜੇ ਉਹੀ ਮੰਗ ਉਹਨਾਂ ਨੇ ਮੰਨ ਲਈ ਤੇ ਉਹਨਾਂ ਨੂੰ ਇਹਦੇ ਵਿੱਚ ਆਪਣੀ ਹਾਰ ਨਜ਼ਰ ਆਉਂਦੀ ਹੈ। ਔਰ ਜਦ ਸੁਪਰੀਮ ਕੋਰਟ ਦੇ ਵਿੱਚ ਵੀ ਕੇਂਦਰ ਦੇ ਵਕੀਲ ਕਿਸਾਨੀ ਸੰਘਰਸ਼ ਦੇ ਮੁੱਦੇ ਤੇ ਪੇਸ਼ ਹੋ ਰਹੇ ਸੀਗੇ,
ਤੇ ਉਹਦਾ ਸੋਲੂਸ਼ਨ ਇਸ ਤਰੀਕੇ ਨਾਲ ਮੰਨ ਰਹੇ ਸੀ ਵੀ ਕੇਂਦਰ ਸਰਕਾਰ ਦੀ ਹਾਰ ਨਾ ਨਜ਼ਰ ਆਏ ਔਰ ਕਿਸਾਨਾਂ ਦੀ ਜਿੱਤ ਨਾ ਨਜ਼ਰ ਆਏ, ਐਦਾਂ ਦਾ ਕੋਈ ਫੈਸਲਾ ਸੁਪਰੀਮ ਕੋਰਟ ਜਾਂ ਕੋਰਟਾਂ ਦੁਆਰਾ ਹੋਏ ਤੇ ਸਾਨੂੰ ਮਨਜ਼ੂਰ ਹੈ। ਉਹੀ ਸਥਿਤੀ ਅੱਜ ਬਣੀ ਹੋਈ ਹੈ। ਭਾਜਪਾ ਚਾਹੁੰਦੀ ਹੈ ਕਿ ਵੀ ਸਾਡੀ ਹਾਰ ਨਜ਼ਰ ਨਾ ਆਏ, ਪਰ ਭਾਸਕਰ ਸਾਹਿਬ ਔਰ ਕਿਸਾਨ ਜਿੱਤਦੇ ਨਜ਼ਰ ਨਾ ਆਉਣ। ਮੈਂ ਕੀ ਕਿਹਾ, ਜਦੋਂ ਅੜੀ ਦੀ ਲੜਾਈ ਦੇ ਵਿੱਚ ਕਿਸਾਨੀ ਅੰਦੋਲਨ ਹੁਣ ਯੂਪੀ ਵੱਲ ਵੱਧ ਗਿਆ, ਔਰ ਜਦ ਯੂਪੀ ਵੱਲ ਵੱਧਦਾ ਹੈ ਤੇ ਕਿਸੇ ਨਾ ਕਿਸੇ ਜਗ੍ਹਾ ਯੂਪੀ ਦਾ ਰਾਜ ਜਿਹੜਾ ਭਾਜਪਾ ਨੇ ਬੜੀ ਚਾਲਾਂ ਨਾਲ, ਬੜੀ ਮਿਹਨਤ ਨਾਲ ਲਿਆ, ਉਹ ਅਗਰ ਜਾਂਦਾ ਨਜ਼ਰ ਆਏਗਾ ਤੇ ਤਕਲੀਫ ਤੇ ਹੋਏਗੀ। ਭਾਸਕਰ ਸਾਹਿਬ, ਜਦੋਂ ਗਰਾਊਂਡ ਤੇ ਹਾਰ ਦਿਸਦੀ ਹੋਵੇ ਨਾ, ਤੇ ਫਿਰ ਜਿਹੜੀ ਇਸ ਤਰ੍ਹਾਂ ਦੀ ਕੂਟਨੀਤਿਕ ਹਾਰ ਆ, ਉਹ ਲੋਕ ਮੰਨ ਲੈਂਦੇ ਹੁੰਦੇ ਆ ਵੀ ਚਲੋ ਕੂਟਨੀਤਿਕ ਹਾਰ ਦਾ ਕੀ ਆ, ਲੇਕਿਨ ਇੱਕ ਇਹਦੇ ਚ ਬਹੁਤ ਅਹਿਮ ਪਹਿਲੂ ਆ ਜਿਹੜਾ ਮੈਂ, ਕਿਉਂਕਿ ਕਈ ਵਾਰੀ ਅਸੀਂ ਕਿਸਾਨੀ ਹੱਕਾਂ ਦੀ ਗੱਲ ਕਰਦੇ ਕਰਦੇ ਅਲਾਰੂ ਹੋ ਜਾਂਦੇ ਹਾਂ, ਸਾਨੂੰ ਥੋੜਾ ਜਿਹਾ ਸਿਰ ਤੋਂ ਕੰਮ ਵੀ ਲੈਣਾ ਚਾਹੀਦਾ। ਮੈਂ ਇੱਕ ਵਾਰੀ ਇਤਿਹਾਸ ਵੱਲ ਮੁੜਨਾ ਚਾਹੂੰਗਾ ਕਿ ਜਦੋਂ 84 ਵਾਪਰਦਾ, ਜੂਨ 84, ਉਸ ਤੋਂ ਪਹਿਲਾਂ ਇੱਕ ਕਵਾਇਦ ਸੀਗੀ ਐਮਰਜੈਂਸੀ ਤੋਂ ਅੱਗੇ ਵੱਲ ਵੱਧਦੀ ਆ, ਉਹਦੇ ਵਿੱਚ ਬਹੁਤ ਸਾਰੇ ਮੌਕੇ ਸੀ ਨੈਗੋਸੀਏਸ਼ਨਸ ਦੇ। ਉਦੋਂ ਲੀਡਰਸ਼ਿਪ ਨੇ ਆਪਣਾ ਸਿਰ ਦਿਖਾਉਣਾ ਸੀਗਾ, ਫੈਸਲੇ ਲੈਣੇ ਸੀ। ਅਕਾਲੀ ਲੀਡਰਸ਼ਿਪ ਬਹੁਤ ਮੌਕਿਆਂ ਤੇ ਫਿਸਲ ਗਈ, ਠੀਕ ਫੈਸਲੇ ਨਾ ਲੈ ਸਕੀ। ਸਖਤ ਲੀਡਰ ਦਾ ਕੰਮ ਹੁੰਦਾ ਹੈ ਕਿ ਉਹ ਭੇਡ ਚਾਲ ਦਾ ਹਿੱਸਾ ਨਾ ਹੋਵੇ, ਉਹ ਸਿਰ ਨਾਲ ਫੈਸਲਾ ਕਰੇ, ਕਿਉਂਕਿ ਉਹਨੂੰ ਲੀਡਰ ਮੰਨਿਆ ਹੁੰਦਾ। ਔਖੇ ਫੈਸਲੇ ਵੀ ਲੈਣੇ ਪੈਂਦੇ। ਸੋ ਜਦੋਂ ਕੌਮ ਨੇ ਠੀਕ ਫੈਸਲੇ ਨਹੀਂ ਲਏ, ਮੈਂ ਮਾਫੀ ਮੰਗ ਕੇ ਕਹਿਣਾ ਹੈ ਕਿ ਸਿੱਖ ਲੀਡਰਸ਼ਿਪ ਜਦੋਂ ਪਾਰਟੀਸ਼ਨ ਹੁੰਦੀ ਆ ਉਦੋਂ ਤੋਂ, ਹਾਂ ਹੋ ਸਕਦਾ ਪਾਰਟੀਸ਼ਨ ਦੇ ਵਿੱਚ ਗਿਣਤੀ ਬਹੁਤ ਘੱਟ ਸੀ, ਖਾਸ ਤੌਰ ਤੇ ਸਿੱਖਾਂ ਦੀ, ਲੇਕਿਨ ਜਦੋਂ 1966 ਦੇ ਵਿੱਚ ਪੁਨਰਗਠਨ ਹੁੰਦਾ ਸੂਬਿਆਂ ਦਾ, ਉਦੋਂ ਵੀ ਅਸੀਂ ਬਹੁਤ ਸਾਰੇ ਇਲਾਕੇ ਇਸ ਗੱਲ 'ਚ ਛੱਡਤੇ ਵੀ ਸਾਨੂੰ ਸਿੱਖ ਮੈਜੋਰਟੀ ਚਾਹੀਦੀ ਆ, ਪੰਜਾਬੀ ਭਾਵਨਾ ਨੂੰ ਧਿਆਨ ਨਹੀਂ ਦਿੱਤਾ, ਸਾਨੂੰ ਸਿਰਫ ਸਿੱਖ ਰਾਜ ਚਾਹੀਦਾ ਸੀਗਾ ਵੀ ਜਿੱਥੇ ਅਕਾਲੀਆਂ ਦੀ ਖਾਸ ਤੌਰ ਤੇ ਗਵਰਨਮੈਂਟ ਬਣ ਜੇ, ਅੰਦੋਲਨ ਉਧਰ ਨੂੰ ਮੁੜ ਗਿਆ। ਇਹ ਵਾਈਡਰ ਪਰਸਪੈਕਟਿਵ ਨੂੰ ਆਪਾਂ ਛੱਡਤਾ। ਹੁਣ ਜਿਹੜਾ ਅੰਦੋਲਨ ਹੈ, ਇਹਦੇ ਵਿੱਚ ਫਿਰ ਇੱਕ ਗੱਲ ਆ ਕਿ ਤੁਸੀਂ ਜਿੱਦ ਨਾ ਪਿੱਟੋ। ਤੁਹਾਨੂੰ ਜੇ ਨੈਗੋਸੀਏਸ਼ਨ ਦੇ ਵਿੱਚ ਤੁਹਾਨੂੰ ਲੱਗਦਾ ਹੋਵੇ ਕਿ ਗਵਰਨਮੈਂਟ ਗਿਵ ਅਪ ਕਰ ਰਹੀ ਹੈ ਤੇ ਕਿਸੇ ਨੇ ਵੀ ਮੁੜ ਕੇ ਦੁਬਾਰਾ ਇਹੋ ਜਿਹੇ ਕਾਨੂੰਨ ਲਿਆਉਣੇ ਹੀ ਨਹੀਂ, ਤਾਂ ਤੁਹਾਨੂੰ ਕੁਝ ਚੀਜ਼ਾਂ ਦੇ ਉੱਤੇ ਸੋਚਣਾ ਚਾਹੀਦਾ। ਦੂਜੇ ਬੰਨੇ ਪਿਛਲੇ ਕਾਫੀ ਅਰਸੇ ਤੋਂ ਪੰਜਾਬ ਦੀ ਟੋਟਲ ਗਰੋਥ ਰੁਕੀ ਹੋਈ ਆ। ਅਸੀਂ ਹਰ ਜਗ੍ਹਾ ਤੇ ਕਾਰਪੋਰੇਟ ਨੂੰ ਨੱਕਾ ਲਾਤਾ ਹੈ। ਅਸੀਂ ਪੰਜਾਬ ਦੀ ਇੰਡਸਟਰੀ ਦੇ ਮਾਮਲੇ 'ਚ ਲੋਕਾਂ ਨੂੰ ਇੱਕ ਮੈਸੇਜ ਦੇਣ 'ਚ ਕਾਮਯਾਬ ਹੋਏ ਆ। ਜਿੱਦਾਂ ਪੱਛਮੀ ਬੰਗਾਲ 'ਚ ਕਿਸੇ ਵੇਲੇ ਯੂਨੀਅਨਿਸਟ ਹੁੰਦੇ ਸੀਗੇ, ਕਾਮਰੇਡ ਹੁੰਦੇ ਸੀ, ਉਦੋਂ ਲੋਕ ਇਨਵੈਸਟਮੈਂਟ ਤੋਂ ਉੱਥੇ ਡਰਦੇ ਸੀ। ਜੇ ਪ੍ਰਾਈਵੇਟ ਸੈਕਟਰ ਪੈਸੇ ਨਹੀਂ ਲਾਊਗਾ, ਕਿਸੇ ਵੀ ਸੂਬੇ ਦਾ ਵਿਕਾਸ ਹੁਣ ਸੰਭਵ ਨਹੀਂ। ਦੁਨੀਆ ਬਦਲ ਰਹੀ ਆ। ਅਸੀਂ ਕਾਰਪੋਰੇਟ ਦੀ ਬਾਂਹ ਨਾ ਮਰੋੜੀਏ, ਅਸੀਂ ਨੀਤੀਆਂ ਬਣਾਉਣ ਵਾਲਿਆਂ ਦੀ ਬਾਂਹ ਮਰੋੜ ਰਹੇ ਹਾਂ। ਅਸੀਂ ਕਾਰੋਬਾਰ ਬਿਲਕੁਲ ਠੱਪ ਨਾ ਕਰ ਦਈਏ, ਕਿਉਂਕਿ ਆਰਥਿਕਤਾ ਸਾਨੂੰ ਹੀ ਮਾਰਦੀ ਹੈ। ਕਿਸੇ ਸਰਕਾਰ ਦਾ ਕੁਝ ਨਹੀਂ ਜਾਂਦਾ, ਕੋਈ ਜੇਬ ਚੋਂ ਨਹੀਂ ਪੈਸੇ ਲਾ ਰਿਹਾ। ਤੀਜੀ ਗੱਲ ਕਿ ਪਹਿਲਾਂ ਵੀ ਇੰਡਸਟਰੀ ਹਿਜਰਤ ਕਰ ਗਈ ਗਵਰਨਮੈਂਟ ਦੀਆਂ ਗਲਤ ਪਾਲਿਸੀਆਂ ਕਰਕੇ, ਐਤਕੀ ਸਾਡੀਆਂ ਗਲਤੀਆਂ ਕਰਕੇ ਨਾ ਕਰ ਜੇ। ਚੌਥੀ ਗੱਲ, ਡੀਏਪੀ ਖਾਦ ਦਾ ਇੱਕ ਬੜਾ ਵੱਡਾ ਮਸਲਾ ਹੈ। ਕੇਂਦਰ ਪੂਰੀ ਪੰਗੇਬਾਜ਼ੀ ਕਰਦਾ ਹੈ ਚੁੱਪ ਚਪੀਤੇ। ਮਹੀਨਾ ਪਹਿਲਾਂ ਇੱਕ ਮਸਲਾ ਪੈਦਾ ਹੋਇਆ ਸੀ ਕਿ ਇਸ ਵਾਰੀ ਡੀਏਪੀ ਦੀ ਕੀਮਤ ਬਹੁਤ ਵਧਾ ਦਿੱਤੀ ਗਈ ਆ ਪ੍ਰਾਈਵੇਟ ਕੰਪਨੀਆਂ ਨੇ, ਜਿਹੜੀਆਂ ਉਹਨੂੰ ਪੈਦਾ ਕਰਦੀਆਂ ਜਾਂ ਬਾਹਰੋਂ ਜਿੱਥੋਂ ਆਉਂਦਾ ਉਹ ਖਾਦ, ਕਿਉਂਕਿ ਬਜਾਈ ਵੇਲੇ ਕੰਮ ਆਉਂਦੀ ਆ ਤੇ ਉਹਦੀ ਲਗਭਗ ਕੀਮਤ ਕਾਫੀ ਵੱਧ ਗਈ। ਗਵਰਨਮੈਂਟ ਦੀ ਸਬਸਿਡੀ ਜਿੰਨੀ ਕਾ, ਜੇ ਉਹਦੇ ਚ ਗਵਰਨਮੈਂਟ ਸਬਸਿਡੀ ਨਹੀਂ ਵਧਾਉਂਦੀ ਤੇ ਕਿਸਾਨ ਨੂੰ ਬਹੁਤ ਮਹਿੰਗੀ ਪੈਣੀ ਆ, ਤੇ ਦੂਜੇ ਬੰਨੇ ਸਟਾਕ ਵੀ ਹੈ ਨਹੀਂਗਾ, ਲੋਕਾਂ ਨੂੰ ਡੀਏਪੀ ਮਿਲਣੀ ਵੀ ਨਹੀਂਗੀ। ਸੋ ਇਹ ਬੜਾ ਵੱਡਾ ਸਵਾਲ ਸੀ ਕਿ ਕੇਂਦਰ ਦੇ ਨਾਲ ਗੱਲਬਾਤ ਅੱਗੇ ਵਧਣੀ ਚਾਹੀਦੀ ਹੈ, ਕਿਸਾਨਾਂ ਨੂੰ ਵਧਾਉਣੀ ਚਾਹੀਦੀ ਹੈ। ਇੱਕ ਅੰਦੋਲਨ ਦਾ ਰਸਤਾ ਹੁੰਦਾ ਤੇ ਦੂਜਾ ਵਿੱਚ ਨੈਗੋਸੀਏਸ਼ਨ ਦਾ ਰਸਤਾ ਸਮਾਨਾਂਤਰ ਖੁੱਲਿਆ ਰੱਖਣਾ ਚਾਹੀਦਾ। ਖੈਰ ਮੇਰੀ ਆਲੋਚਨਾ ਹੋਊਗੀ, ਪਰ ਮੈਨੂੰ ਇੰਜ ਲੱਗਦਾ ਕਿ ਕੋਈ ਵੀ ਕੌਮ, ਕੋਈ ਵੀ ਖਿੱਤਾ, ਕੋਈ ਵੀ ਸਟੇਟ ਬਹੁਤ ਦੇਰ ਤੱਕ ਅੰਦੋਲਨ ਦੇ ਵਿੱਚ ਥੱਕ ਵੀ ਜਾਂਦੀ ਆ। ਪਹਿਲਾ ਮੌਕਾ ਸੀ ਜਦੋਂ ਪੀਕ ਤੇ ਗਏ ਅੰਦੋਲਨ ਨੂੰ 26 ਜਨਵਰੀ ਨੇ ਥੱਲੇ ਡੇਗਤਾ। ਐਤਕੀ ਫਿਰ ਜੇ ਇਹ ਪੀਕ ਵੱਲ ਵਧੇ ਤਾਂ ਉਸ ਪੀਕ ਦਾ ਫਾਇਦਾ ਉਠਾਉਣਾ ਚਾਹੀਦਾ, ਕਿਉਂਕਿ ਹਾਕਮ ਜਮਾਤ ਅਕਸਰ ਲੋਕਾਂ ਦੇ ਬਹੁਤ ਵੱਡੇ ਇਕੱਠਾਂ ਤੋਂ ਡਰ ਜਾਂਦੀ ਹੈ। ਉਸ ਮੌਕੇ ਤੇ ਉਹ ਕਿਸੇ ਵੀ ਸਮਝੌਤੇ ਤੱਕ ਜਾਣ ਨੂੰ ਤਿਆਰ ਹੁੰਦੀ ਆ। ਜੇ ਇਸ ਵਾਰੀ ਮੌਕਾ ਬਣੇ ਤਾਂ ਮੌਕਾ ਖੰਝਾਉਣਾ ਨਹੀਂ ਚਾਹੀਦਾ। ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ। ਕਈ ਵਾਰ ਤੁਸੀਂ ਅੜੀ ਦੇ ਵਿੱਚ ਰਹਿ ਜਾਂਦੇ ਹੋ, ਉਹਦੇ ਵਿੱਚ ਆਪਣਾ ਨੁਕਸਾਨ ਕਰ ਰਹੇ ਹੋ। ਪੰਜਾਬ ਦਾ ਨੁਕਸਾਨ ਕਿਸਾਨੀ ਅੰਦੋਲਨ ਕਰਕੇ ਹੋਇਆ। ਠੀਕ ਹੈ, ਪੰਜਾਬ ਦੀ ਸਰਕਾਰ, ਪੰਜਾਬ ਦੇ ਲੋਕ ਇਸ ਅੰਦੋਲਨ ਨੂੰ ਜ਼ਰੂਰ ਸਪੋਰਟ ਕਰ ਰਹੇ ਨੇ, ਪਰ ਨਾਲ ਦੇ ਨਾਲ ਜਿਹੜੇ ਸੂਝਵਾਨ ਬੰਦੇ ਹੈਗੇ ਆ, ਜਦ ਤੁਹਾਡੀ ਕਿਸੇ ਧਿਰ ਦਾ ਤੁਸੀਂ ਵਿਰੋਧ ਕਰਦੇ ਹੋ, ਉਸ ਵਿਰੋਧ ਦੇ ਵਿੱਚ ਗੱਲਬਾਤ ਦੀ ਸੰਭਾਵਨਾ ਨੂੰ ਹਮੇਸ਼ਾ ਵਿੱਚ ਰੱਖਣਾ ਚਾਹੀਦਾ ਹੈ। ਚਲੋ ਇਹ ਗੱਲ ਹੈਗੀ ਹੈ ਕਿ ਗੱਲ ਹੁਣ ਇੱਥੇ ਅੜੀ ਹੈ ਕਿ ਕੇਂਦਰ ਕਹਿੰਦਾ ਵੀ 3 ਕਾਨੂੰਨ ਰੱਦ ਨਹੀਂ ਹੋ ਸਕਦੇ। ਕਿਸਾਨ ਕਹਿੰਦੇ ਆ ਸਭ ਤੋਂ ਪਹਿਲੇ ਤੇ ਇਹ 3 ਕਾਨੂੰਨਾਂ ਨੂੰ ਰੱਦ ਕੀਤਾ ਜਾਏ। ਸਰਕਾਰ ਕਹਿੰਦੀ ਹੈ ਇਨ ਕਾਨੂੰਨ ਨੂੰ ਮੈਂ ਕਾਲਾ ਕਿਹਾ
ਔਰ ਕਿਸਾਨ ਕਹਿੰਦੇ ਨੇ ਇਹਨਾਂ ਕਾਨੂੰਨਾਂ ਦੇ ਵਿੱਚ ਕਿਸਾਨਾਂ ਦਾ ਭਲਾ ਕੀ ਹੈ। ਇਹ ਸਾਰੀ ਗੱਲਾਂ ਦੇ ਉੱਤੇ ਬਿਨਾਂ ਸ਼ਰਤ ਅਗਰ ਬੈਠ ਕੇ ਗੱਲਬਾਤ ਕੀਤੀ ਜਾਏ, ਹਾਲਾਂਕਿ ਕਿਸਾਨ ਇੱਦਾਂ ਦੇ ਕਈ ਮੌਕੇ ਆਏ ਜਦ ਪੁਆਇੰਟ ਬਾਈ ਪੁਆਇੰਟ ਉਹਨਾਂ ਨੇ ਸਰਕਾਰ ਨੂੰ ਦੱਸਿਆ ਕਿ ਕਿੱਦਾਂ ਇਹ ਕਿਸਾਨ ਵਿਰੋਧੀ ਕਾਨੂੰਨ ਹੈਗੇ ਨੇ, ਪਰ ਫਿਰ ਵੀ ਹਜੇ ਤੱਕ ਭਾਜਪਾ ਦਾ ਇੱਕ ਟਾਈਮ ਤੇ ਇਹ ਗੱਲ ਮੰਨ ਜਾਣਾ ਕਿ ਸਾਨੂੰ ਕਿਸਾਨਾਂ ਦੇ ਨਾਲ ਸਲਾਹ ਕਰਨੀ ਚਾਹੀਦੀ ਸੀ। ਯਾਦ ਕਰੋ ਅਮਿਤ ਸ਼ਾਹ ਦੇ ਨਾਲ ਮੀਟਿੰਗ। ਨਹੀਂ, ਇਹਦੇ ਚ ਭਾਸਕਰ ਸਾਹਿਬ ਇਹਦੇ ਚ ਇੱਕ ਹੋਰ ਗੱਲ ਸੀ ਕਿ ਗਵਰਨਮੈਂਟ ਸਾਰਾ ਹੀ ਕਾਨੂੰਨ ਬਦਲਣ ਨੂੰ ਤਿਆਰ ਆ, ਕਹਿੰਦੀ ਰੱਦ ਦੀ ਮੰਗ ਛੱਡ ਦਿਓ, ਜੋ ਬਦਲਣਾ ਬਦਲ ਲਓ। ਇਹਦਾ ਮਤਲਬ ਹੈ ਕਿ ਉਹ ਸਿਰਫ ਆਪਣੀ ਹਿੰਡ ਪਕਾਉਣੀ ਚਾਹੁੰਦੇ ਆ ਕਿ ਰੱਦ ਨਹੀਂ ਹੋਏ, ਤੇ ਕਿਸਾਨ ਜਿਹੜੇ ਆ ਉਹ ਕਹਿੰਦੇ ਰੱਦ ਕਰਾਉਣੇ ਆ, ਗੱਲ ਜਿੱਦ ਤੇ ਆ। ਉਹ ਕਹਿੰਦੇ ਸਭ ਕੁਝ ਹੀ ਬਦਲ ਦਿੰਦੇ ਆ। ਕਿਸਾਨ ਕਹਿੰਦੇ ਤੁਸੀਂ ਬਣਾ ਹੀ ਨਹੀਂ ਸੀ ਸਕਦੇ ਕਾਨੂੰਨ, ਤੁਹਾਡਾ ਅਧਿਕਾਰ ਹੀ ਨਹੀਂ ਸੀ ਕਿ ਤੁਸੀਂ ਖੇਤੀ ਸੈਕਟਰ ਦੇ ਵਿੱਚ ਕਾਨੂੰਨ ਬਣਾ ਸਕੋ। ਸੋ ਗੱਲ ਇੱਥੇ ਵੀ ਅੜੀ ਹੈ। ਹਾਲਾਂਕਿ ਇੱਕ ਚੀਜ਼ ਮੈਂ ਇੱਕ ਲਾਈਨ 'ਚ ਕਹਿ ਦਿਆਂ, ਇਸ ਅੰਦੋਲਨ ਨੇ ਪੰਜਾਬ ਦੀ ਡਿੱਗੀ ਹੋਈ ਮਾਨਸਿਕਤਾ ਨੂੰ ਠੁੰਮਣਾ ਦਿੱਤਾ, ਲੋਕਾਂ ਨੂੰ ਜਾਗਰੂਕ ਕੀਤਾ, ਖੜੇ ਕੀਤਾ। ਜਿਹੜੇ ਪੰਜਾਬੀਆਂ ਤੇ ਇਲਜ਼ਾਮ ਆਉਂਦੇ ਸੀ ਨਸ਼ੇੜੀ ਨੇ, ਗਏ ਗੁਜਰੇ ਨੇ, ਉਹਨਾਂ ਨੇ ਹਿੱਕ ਡਾ ਕੇ ਦਿਖਾਤਾ ਵੀ ਅਸੀਂ ਜੀਂਦੇ ਜਾਗਦੇ। ਇਹ ਫਾਇਦਾ ਹੋਇਆ, ਪਰ ਇਸ ਫਾਇਦੇ ਨੂੰ ਸਦੀਵੀ ਕਰਨ ਲਈ ਤੇ ਪੰਜਾਬੀਆਂ ਦੀ ਅਣਖ ਨੂੰ ਅੱਗੇ ਵਧਾਉਣ ਲਈ ਸਾਨੂੰ ਹੁਣ ਨਿਰਣਾਇਕ ਸਿੱਟੇ ਤੇ ਪਹੁੰਚਣ ਵੇਲੇ ਜਿੱਦ ਨਹੀਂ ਕਰਨੀ ਚਾਹੀਦੀ, ਸਾਨੂੰ ਨਿਰਣਾਇਕ ਤਰੀਕੇ ਨਾਲ ਨਤੀਜਾ ਮੁਖੀ ਹੋਣਾ ਚਾਹੀਦਾ। ਕੀ ਕਹਿੰਦੇ ਹੋ? ਦੇਖੋ, ਇਹ ਜਿੱਦ ਨਾ ਕਰਨ ਵਾਲੀ ਸਲਾਹ ਦੋਨੋਂ ਪੱਖਾਂ ਨੂੰ ਦੇਣੀ ਚਾਹੀਦੀ ਹੈ, ਸਰਕਾਰ ਨੂੰ ਵੀ। ਸਰਕਾਰ ਦਾ ਸਿਰਫ ਕਹਿਣਾ ਕਿ ਇਸ ਕਾਨੂੰਨ ਦੇ ਕਵਰ ਨੂੰ ਰਹਿਣ ਦਿਓ ਤੇ ਅੱਗੋਂ ਕਾਗਜ਼ ਜਿੰਨੇ ਮਰਜ਼ੀ ਚੇਂਜ ਕਰ ਲਓ, ਇਹ ਵੀ ਗੱਲ ਕਿਸੇ ਨਾ ਕਿਸੇ ਜਗ੍ਹਾ ਇੱਕ ਅੜੇ ਹੋਣ ਦੀ ਲੱਗਦੀ ਹੈ। ਦੂਜੇ ਪਾਸੇ ਕਿਸਾਨ ਵੀ 3 ਕਾਨੂੰਨਾਂ ਨੂੰ ਰੱਦ ਕਰਨ ਤੋਂ ਹੀ ਗੱਲ ਸ਼ੁਰੂ ਕਰਨਾ ਚਾਹੁੰਦੀ ਹੈ, ਜਿਹਦੇ ਉੱਤੇ ਸਰਕਾਰ ਅੜੀ ਹੋਈ ਹੈ। ਮੈਨੂੰ ਲੱਗਦਾ ਕਿ ਬਿਨਾਂ ਸ਼ਰਤ ਬਹਿਣਾ ਚਾਹੀਦਾ ਹੈ, ਗੱਲਬਾਤ ਕਰਨੀ ਚਾਹੀਦੀ ਹੈ। ਔਰ ਜੋ ਕਿਸਾਨਾਂ ਦੀ ਮੰਗ ਸ਼ੁਰੂ ਹੋਈ ਸੀ ਜੂਨ ਦੇ ਮਹੀਨੇ ਪਿਛਲੇ ਸਾਲ, ਉਹ ਹੋਈ ਸੀਗੀ ਕਿ MSP ਦੇ ਉੱਤੇ ਸਰਕਾਰ ਗਾਰੰਟੀ ਦੇ, ਔਰ ਮੰਡੀਕਰਨ ਪੰਜਾਬ ਦੇ ਵਿੱਚ ਜਿਹੜਾ ਹੈਗਾ ਜਾਂ APMC ਹੈਗੀ ਹੈ ਉਹ ਕੰਟੀਨਿਊ ਰਹਿਣੀ ਚਾਹੀਦੀ ਹੈ। ਉਹਨਾਂ 2 ਮੁੱਖ ਮੰਗਾਂ ਤੋਂ ਜਿਹੜੀ ਗੱਲ ਸ਼ੁਰੂ ਹੋਈ ਸੀ, ਅੱਜ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨ ਤੇ ਜਾ ਕੇ ਖਤਮ ਹੋ ਰਹੀ ਹੈ। ਤੇ ਇਸ ਕਰਕੇ ਸਰਕਾਰ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਜੈਨੂਇਨ ਮੰਗਾਂ ਨੂੰ ਅਗਰ ਟਾਈਮਲੀ ਤੁਸੀਂ ਐਡਰੈਸ ਕਰ ਲਓ ਤੇ ਕਿਸੇ ਵੀ ਸਮੱਸਿਆ ਦਾ, ਕਿਸੇ ਵੀ ਵਿਰੋਧ ਦਾ ਔਰ ਕਿਸੇ ਵੀ ਜੈਨੂਇਨ ਵਿਰੋਧ ਦਾ ਹੱਲ ਹੋ ਸਕਦਾ ਹੈ। ਹੁਣ ਗੱਲ ਇੱਦਾਂ ਅੜੀ ਹੋਈ ਹੈ ਕਿ ਜੇ ਸਰਕਾਰ ਨੇ ਮੰਨ ਲਿਆ ਤੇ ਮੈਸੇਜ ਆ ਜਾਏਗਾ, ਸਰਕਾਰ ਨੂੰ ਕੀ ਫਾਇਦਾ? ਕਿਉਂਕਿ ਰਾਜਨੀਤਿਕ ਤੌਰ ਤੇ ਅੱਜ ਅਗਰ ਭਾਜਪਾ ਇਹਨਾਂ ਕਾਨੂੰਨਾਂ ਨੂੰ ਵਾਪਸ ਵੀ ਲੈ ਲੈਂਦੀ ਹੈ ਤੇ ਪੰਜਾਬ ਦੇ ਵਿੱਚ ਕੋਈ ਬਹੁਤਾ ਫਾਇਦਾ ਹੋਣ ਵਾਲਾ ਨਹੀਂ ਹੈ। ਔਰ ਦੂਜੇ ਪਾਸੇ UP ਦੇ ਵਿੱਚ ਜਿਸ ਤਰੀਕੇ ਨਾਲ ਇਹ ਅੰਦੋਲਨ ਅੱਗ ਫੜ ਰਿਹਾ ਹੈ, ਭਾਜਪਾ ਨੂੰ ਇਹਦੀ ਖਾਮੀਆਂ ਤੇ ਭੁਗਤਣੀ ਹੀ ਪੈਣੀ ਹੈ। ਭਾਵੇਂ ਉਹ ਖਾਮੀਆਂ ਕਿੰਨੀ ਕੁ ਹੋਣਗੀ, ਇਹ ਕਦੀ ਵੀ ਨਹੀਂ ਹੋ ਸਕਦਾ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਕਿਸਾਨ ਉੱਤੇ ਇਕੱਠੇ ਹੋਣ ਔਰ ਭਾਜਪਾ ਨੂੰ ਨੁਕਸਾਨ ਕੋਈ ਵੀ ਨਾ ਹੋਏ। ਤੇ ਹੁਣ ਤੇ ਮੈਨੂੰ ਇਹ ਲੱਗਦਾ ਹੈ ਕਿ ਇਸ ਮਸਲੇ ਦੇ ਉੱਤੇ ਕੇਂਦਰ ਸਰਕਾਰ ਨੂੰ, ਸੂਬਿਆਂ ਦੀ ਸਰਕਾਰਾਂ ਨੂੰ ਵੀ ਕੋਈ ਨਾ ਕੋਈ ਹੱਲ ਲੱਭਣਾ ਪੈਣਾ। ਭਾਸਕਰ ਸਾਹਿਬ, ਗੱਲ UP ਦੇ ਇਕੱਠ ਦੀ ਹੋ ਰਹੀ ਸੀ, ਲੇਕਿਨ ਧੁੜਕੂ ਪੰਜਾਬ 'ਚ ਸੀਗਾ। ਗੱਲ ਸੁਖਬੀਰ ਸਿੰਘ ਬਾਦਲ ਦੇ ਉਸ ਕਮੇਟੀ ਵੱਲੋਂ ਸੰਯੁਕਤ ਮੋਰਚੇ ਨੂੰ ਚਿੱਠੀ ਲਿਖਣ ਦੀ ਵੀ ਹੋਈ ਕਿ ਸਾਨੂੰ ਦੱਸੋ ਅਸੀਂ ਤੁਹਾਨੂੰ ਕਦੋਂ ਮਿਲੀਏ, ਸਾਨੂੰ ਕਦੋਂ ਸਮਾਂ ਦਿੰਦੇ ਹੋ, ਤਾਂ ਕਿ 6 ਦਿਨ ਦੀ ਜਿਹੜੀ ਇਹ ਸਸਪੈਂਡ ਕੀਤੀ ਕੰਪੇਨ 100 ਦਿਨ 100 ਹਲਕਾ, ਇਹਨੂੰ ਅੱਗੇ ਵਧਾਉਣ ਤੋਂ ਪਹਿਲਾਂ ਕਿਸਾਨਾਂ ਦੇ ਜਿੰਨੇ ਵੀ ਗਿਲੇ ਸ਼ਿਕਵੇ ਆ ਜਾਂ ਸ਼ੰਕੇ ਨੇ ਉਹਨਾਂ ਨੂੰ ਨਿਵਰਤ ਕਰਤਾ ਜਾਵੇ। ਹੁਣ ਇਹ ਵੀ ਵੇਖਣਾ ਹੈ ਕਿ ਉਹ ਸਮਾਂ ਦਿੰਦੇ ਕਿ ਨਹੀਂ ਦਿੰਦੇ। ਇਹਦੇ ਤੇ ਗੱਲ ਕਰਾਂਗੇ ਵੀ ਜੇ ਉਹ ਸਮਾਂ ਨਹੀਂ ਦਿੰਦੇ ਤਾਂ ਕੀ ਇਹ ਫਿਰ ਦਿੱਤੇ ਹੋਏ ਟਾਈਮ ਤੇ 6 ਦਿਨ ਬਾਅਦ ਚਾਲੂ ਕਰ ਦੇਣਗੇ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ, ਜਾਂ ਇਹ ਅੱਗੇ ਫਿਰ ਪੋਸਟਪੋਨ ਹੋਊਗੀ। ਇਹਦੇ ਤੇ ਮੈਨੂੰ ਲੱਗਦਾ ਫਿਰ ਕੋਰ ਕਮੇਟੀ ਬੈਠੂਗੀ। ਮੈਂ ਤੁਹਾਡੀ ਰਾਏ ਲੈਣਾ। ਲੇਕਿਨ ਗੱਲ ਤੋਰੀਏ ਪੰਜਾਬ ਕਾਂਗਰਸ ਵਾਲੇ ਪਾਸਿਓਂ, ਇੱਥੇ ਵੀ ਸਭ ਅੱਛਾ ਨਹੀਂ। ਜਦੋਂ ਸਿੱਧੂ ਦਿੱਲੀੋਂ ਮੁੜਦੇ ਆ ਤੇ ਉਸ ਤੋਂ ਬਾਅਦ ਉਹ ਸੰਗਠਨ ਬਣਾਉਣ ਲਈ ਲਗਾਤਾਰ ਮੈਰਾਥਨ ਮੀਟਿੰਗਾਂ ਕਰਦੇ ਆ। ਹੁਣ ਇੱਥੇ ਇਹ ਵੀ ਝੋਲ ਆ ਕਿ ਕਲਚਰ ਆ ਕਾਂਗਰਸ ਦਾ ਕਿ ਸੰਗਠਨ ਬਣਾ ਕੇ ਜਿਹੜਾ ਉਹਦੀਆਂ ਲਿਸਟਾਂ ਉੱਤੇ ਇੱਕ ਹਾਈ ਕਮਾਂਡ ਨੂੰ ਭੇਜੀਆਂ ਜਾਂਦੀਆਂ, ਤੇ ਜਿਹੜੇ ਹਲਕਾ ਇੰਚਾਰਜ ਤੇ MLA ਉਹਨਾਂ ਦੀ ਇੱਛਾ ਦੇ ਬਿਨਾਂ ਪੱਤਾ ਨਹੀਂ ਹਿੱਲਦਾ। ਤੁਹਾਨੂੰ ਵੀ ਪਤਾ, ਸੰਗਠਨ ਬਣਾਉਣ ਲੱਗਿਆ ਵੀ ਹਲਕੇ ਦੇ MLA ਤੋਂ ਪੁੱਛੇ ਬਿਨਾਂ ਤੁਸੀਂ ਹਲਕੇ ਦਾ ਬੰਦਾ ਪਾ ਕੇ ਵਿਖਾਓ, ਅਗਲੇ ਫਿਰ ਬਾਂਹ ਮਰੋੜ ਦਿੰਦੇ ਜਾ ਕੇ ਕਿ ਮੈਂ ਮਰ ਗਿਆ, ਮੈਂ ਜੀਂਦਾ ਨਹੀਂਗਾ। ਸੋ ਇਹ ਵੱਡਾ ਸਵਾਲ ਆ ਕਿ ਜੇ ਸਿੱਧੂ ਕੋਲ ਇੱਥੇ ਵੀ ਆਜ਼ਾਦੀ ਨਾ ਹੋਈ, ਉਹ ਸੰਗਠਨ ਬਣਾ ਕੇ ਹਾਈ ਕਮਾਂਡ ਨੂੰ ਭੇਜਣ ਤੇ ਫਿਰ ਜਿੱਦਾਂ ਜਾਖੜ ਦੀ ਲਿਸਟ ਪਈ ਰਹੀ, ਇਹ ਵੀ ਉੱਥੇ ਪਈ ਰਹੀ, ਤਾਂ ਫਿਰ ਸਿੱਧੂ ਦੀ ਪ੍ਰਧਾਨਗੀ ਦੇ ਕੀ ਅਰਥ ਰਹਿ ਜਾਂਦੇ ਆ? ਤੇ ਜੇ ਸਿੱਧੂ ਬਾਗੀ ਹੋ ਕੇ ਕੁਝ ਕਰ ਲੈਂਦੇ ਆ ਤੇ ਸਿੱਧੂ ਦੀ ਕਾਂਗਰਸ ਵਿੱਚ ਕੀ ਪੋਜੀਸ਼ਨ ਆ? ਇਹਨਾਂ 2 ਮੁੱਦਿਆਂ ਤੇ ਗੱਲ ਕਰਿਓ, ਕਿਉਂਕਿ ਸਨਾਟਾ ਹੈ, ਕਹਿੰਦੇ ਤੂਫਾਨ ਤੋਂ ਪਹਿਲਾਂ ਇੱਕ ਸ਼ਾਂਤੀ ਹੁੰਦੀ ਹੈ।
ਤੇ ਤੂਫਾਨ ਤੋਂ ਬਾਅਦ ਵਾਲੀ ਸ਼ਾਂਤੀ ਵੀ ਮੰਨ ਲਈਏ ਕਿ ਪਹਿਲਾਂ ਵਾਲੀ ਵੀ? ਇਹ ਤੁਸੀਂ ਦੋਨੇ ਪਾਸੇ ਦੇਖਿਓ, ਤੂਫਾਨ ਦੋਵੇਂ ਬੰਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਿੱਧੂ ਉਹਨਾਂ ਨੇ ਜੋ ਤਲਖੀ ਫੜੀ ਹੋਈ ਸੀਗੀ 23 ਜੁਲਾਈ ਜਦ ਉਹ ਪੀਪੀਸੀਸੀ ਪ੍ਰਧਾਨ ਬਣੇ ਸੀ ਤੇ ਪਿਛਲੇ ਹਫ਼ਤੇ ਤੱਕ, ਪਰ ਜਦ ਉਹ ਦਿੱਲੀ ਜਾਂਦੇ ਨੇ, ਦਿੱਲੀ ਜਾਣ ਤੋਂ ਬਾਅਦ ਵਾਪਸ ਆਉਂਦੇ ਨੇ, ਉਸ ਤੋਂ ਬਾਅਦ ਬਹੁਤੀ ਐਕਟੀਵਿਟੀਜ਼ ਨਹੀਂ ਦੇਖੀ ਗਈ। ਉਹ ਇੱਥੇ ਤੱਕ ਕਿ ਸ਼ਾਇਦ ਸਿੱਧੂ ਉਹਨਾਂ ਦਾ ਪਰਸੋਂ ਦੇ ਕਰੀਬ ਜਾਂ ਪਰਸੋਂ ਤੋਂ ਪਹਿਲੇ ਇੱਕ ਮੋਗੇ ਦੇ ਵਿੱਚ ਪ੍ਰੋਗਰਾਮ ਸੀ, ਉਸ ਤੋਂ ਬਾਅਦ ਕੋਈ ਪ੍ਰੋਗਰਾਮ ਵੀ ਪਬਲਿਕ ਤੌਰ ਤੇ ਕੋਈ ਉਡੀਕਿਆ ਨਹੀਂ ਗਿਆ। ਔਰ ਜਿਹੜੇ ਉਹ ਰੱਖਦੇ ਨੇ ਰਾਜਨੀਤੀ ਦੀ, ਉਹ ਕਹਿੰਦੇ ਨੇ ਵੀ ਅਗਲੇ ਹਫ਼ਤੇ 10 ਦਿਨ ਤੱਕ ਵੀ ਲੱਗਦਾ ਹੈ ਕਿ ਸਿੱਧੂ ਉਹਨਾਂ ਦੀ ਬਹੁਤੀ ਐਕਟੀਵਿਟੀ ਦੇਖਣ ਨੂੰ ਨਹੀਂ ਮਿਲੇਗੀ। ਪਤਾ ਨਹੀਂ ਇਹਦਾ ਕੀ ਰੀਜ਼ਨ ਹੈ, ਕਿ ਉਹ ਆਰਗੇਨਾਈਜੇਸ਼ਨ ਦੇ ਸਟਰਕਚਰ ਨੂੰ ਠੀਕ ਕਰਨ ਵਾਸਤੇ ਪੂਰਾ ਧਿਆਨ ਦੇ ਰਹੇ ਨੇ, ਪਰ ਸਿੱਧੂ ਉਹਨਾਂ ਐਡਮਿਨਿਸਟ੍ਰੇਟਿਵ ਤੌਰ ਤੇ ਕਦੀ ਵੀ ਬਹੁਤ ਵਧੀਆ ਕੰਮ ਕਰਨ ਵਾਲੇ ਦੇ ਤੌਰ ਤੇ ਨਹੀਂ ਜਾਣੇ ਗਏ। ਦੂਜੇ ਪਾਸੇ ਉਹਨਾਂ ਦੇ ਨਾਲ ਭਗਤ ਸਿੰਘ ਉਹਨਾਂ ਹੈਗੇ ਨੇ, ਭਗਤ ਸਿੰਘ ਉਹਨਾਂ ਐਡਮਿਨਿਸਟ੍ਰੇਟਿਵਲੀ ਚੰਗਾ ਕੰਮ ਕਰ ਸਕਦੇ ਨੇ, ਹੋ ਸਕਦਾ ਉਹ ਚੰਗਾ ਕੰਮ ਹੋਰ ਇੱਥੇ ਵੀ ਕਰਨਗੇ। ਪਰ ਇਹ ਸਾਰੀ ਗੱਲਾਂ ਦੇ ਵਿੱਚ ਜੋ ਤੁਸੀਂ ਗੱਲ ਕੀਤੀ ਹੈ, ਤੂਫਾਨ ਤੋਂ ਪਹਿਲੇ ਵਾਲੀ ਸ਼ਾਂਤੀ ਹੈ ਜਾਂ ਤੂਫਾਨ ਤੋਂ ਬਾਅਦ ਵਾਲੀ ਸ਼ਾਂਤੀ ਹੈ। 15 ਦਿਨ ਪਹਿਲੇ ਇੱਕ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਬਣੀ ਸੀ, ਜਿਹਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 3 ਮੰਤਰੀ ਔਰ 4 ਐਕਟਿੰਗ ਪ੍ਰਧਾਨ ਸਿੱਧੂ ਤੇ ਭਗਤ ਸਿੰਘ ਹੋਣਾ ਸੀਗੇ। ਉਹਨਾਂ ਦੀ ਹਰ ਹਫ਼ਤੇ ਇੱਕ ਮੀਟਿੰਗ ਹੋਣੀ ਸੀ, ਜਿਹਦੇ ਵਿੱਚ ਸਰਕਾਰ ਦੇ ਨਾਲ ਤੇ ਪਾਰਟੀ ਦਾ ਇੱਕ ਤਾਲਮੇਲ ਸਥਾਪਿਤ ਹੋਣਾ ਸੀਗਾ। ਜਿਹੜੀ ਮੰਗਾਂ, ਜਿਹੜੇ 5 ਸੂਤਰੀਆ ਕਾਰਜਕ੍ਰਮ ਦੀ ਚਿੱਠੀ ਸਿੱਧੂ ਹੋਣਾ ਕੈਪਟਨ ਅਮਰਿੰਦਰ ਸਿੰਘ ਤੇ 6ਵਾਂ ਫਾਰਮ ਫੜਾ ਕੇ ਆਏ ਸੀਗੇ, ਉਹਦੇ ਉੱਤੇ ਵੀ ਗੱਲਬਾਤ ਹੋਣੀ ਸੀ। ਪਰ ਅੱਜ 15 ਦਿਨ ਹੋਣ ਤੋਂ ਬਾਅਦ ਇੱਕ ਵੀ ਮੀਟਿੰਗ ਪਿਛਲੇ 2 ਹਫ਼ਤਿਆਂ ਦੇ ਵਿੱਚ ਨਹੀਂ ਹੋਈ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਨਾ ਤੇ ਸਿੱਧੂ ਕੈਂਪ ਨੇ ਹਜੇ ਤੱਕ ਦੱਸਿਆ, ਯਾਨੀ ਪੀਪੀਸੀਸੀ ਨੇ ਦੱਸਿਆ, ਨਾ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਐਦਾਂ ਦੀ ਗੱਲ ਕੀਤੀ ਗਈ ਕਿ ਮੀਟਿੰਗ ਨਾ ਹੋਣ ਦਾ ਕਾਰਨ ਕੀ ਹੈ, ਕਿ ਉੱਥੇ ਵਾਲੇ ਬੰਦੇ ਨਹੀਂ ਆਏ, ਕਿ ਕੁੜੀ ਵਾਲੇ ਨਹੀਂ ਆਏ, ਕਿ ਮੁੰਡੇ ਵਾਲੇ ਨਹੀਂ ਆਏ। ਯਾਨੀ ਦੋਨੋਂ ਪਾਸਿਆਂ ਦੇ ਵਿੱਚ ਗੱਲਬਾਤ ਨਾ ਹੋਣਾ, ਇਹ ਆਪਣੇ ਆਪ ਵਿੱਚ ਇੰਡੀਕੇਟ ਕਰਦਾ ਹੈ ਕਿ ਹਾਈ ਕਮਾਂਡ ਤੋਂ ਐਦਾਂ ਦੇ ਮੈਸੇਜ, ਕਿਉਂਕਿ ਇਸ ਮੀਟਿੰਗ ਦੇ ਵਿੱਚ ਜ਼ਰੂਰ ਰਫੜ ਪੈਣਾ ਸੀਗਾ। ਉਹਨਾਂ 5 ਮੁੱਦਿਆਂ ਤੇ ਜੋ ਸਰਕਾਰ ਨੂੰ ਚਿੱਠੀ ਦੇ ਕੇ ਆਏ ਸੀਗੇ ਸਿੱਧੂ ਹੋਣਾ, ਮੁੱਦਿਆਂ ਤੇ ਜਦ ਗੱਲ ਹੋਣੀ ਸੀ ਔਰ ਸਰਕਾਰ ਨੇ ਉਹਦੇ ਉੱਤੇ ਕੋਈ ਐਕਸ਼ਨ ਲਿੱਤਾ ਨਹੀਂ ਲਿੱਤਾ, ਇਸ ਮੁੱਦੇ ਨੂੰ ਜਦ ਛੇੜਿਆ ਜਾਣਾ ਸੀਗਾ ਤੇ ਤਲਖੀ ਵਧਣੀ ਸੀਗੀ। ਉਹ ਤਲਖੀ ਨਾ ਵਧਣ ਦੇਣ ਕਰਕੇ ਉਸ ਤਲਖੀ ਨੂੰ ਰੋਕਣ ਵਾਸਤੇ ਇਹ ਮੀਟਿੰਗਾਂ ਨਹੀਂ ਹੋ ਰਹੀ, ਉਹ ਵੀ ਹਾਈ ਕਮਾਂਡ ਦੇ ਇਸ਼ਾਰੇ ਤੇ ਕਿਸੇ ਨਾ ਕਿਸੇ ਜਗ੍ਹਾ ਜਿਹੜਾ ਸਿੱਧੂ ਉਹਨਾਂ ਕਹਿੰਦੇ ਸੀਗੇ, ਜੇ ਮੈਨੂੰ ਕੋਈ ਨਿਰਣੈ ਨਾ ਲਿੱਤਾ ਗਿਆ ਜਾਂ ਨਾ ਲੈਣ ਦੀ ਕੋਈ ਇਜਾਜ਼ਤ ਦਿੱਤੀ ਤੇ ਫਿਰ ਮੈਂ ਇੱਟ ਤੋਂ ਇੱਟ ਵਜਾ ਦੂੰਗਾ। ਹੁਣ ਸਿੱਧੂ ਉਹਨਾਂ ਘਰ ਇੱਟਾਂ ਇਕੱਠੀ ਕਰ ਰਹੇ ਨੇ, ਇਹ ਮੈਨੂੰ ਨਹੀਂ ਪਤਾ, ਪਰ ਇਹ ਜ਼ਰੂਰ ਹੈ ਕਿ ਇਹ ਜਿਹੜੀ ਸ਼ਾਂਤੀ ਆਈ ਹੈ ਔਰ ਨਿਰਣੈ ਨਾ ਲੈਣ ਦੀ ਵੀ ਗੱਲਾਂ ਆ ਰਹੀਆਂ, ਤੇ ਉੱਥੇ ਕਿਸੇ ਨਾ ਕਿਸੇ ਜਗ੍ਹਾ ਅੱਗੇ ਆਉਣ ਵਾਲੇ ਤੂਫਾਨ ਦੀ ਤਰਫ ਜ਼ਰੂਰ ਇੰਡੀਕੇਟ ਕਰਦਾ ਹੈ। ਕਿਉਂਕਿ ਸਿੱਧੂ ਉਹਨਾਂ ਵੀ ਖਾਲੀ ਬੈਠਣ ਵਾਲੇ ਬੰਦੇ ਹੈ ਨਹੀਂ। ਉਹ ਜਦ ਤੱਕ ਆਪਣੀ ਤਲਖੀ ਤੇ ਅਲਖੀ ਨੂੰ ਸਟੇਜਾਂ ਤੋਂ ਨਾ ਕਹਿ ਲੈਣ, ਤੇ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਵੀ ਕੋਈ ਚੈਨ ਪੈਣ ਵਾਲਾ ਹੈ। ਤੇ ਇਹ ਮੈਂ ਸਮਝਦਾ ਕਿ ਤੂਫਾਨ ਤੋਂ ਪਹਿਲੇ ਵਾਲੀ ਸ਼ਾਂਤੀ ਹੈਗੀ ਹੈ, ਔਰ ਆਉਣ ਵਾਲੇ ਟਾਈਮ ਵਿੱਚ ਕੋਈ ਨਾ ਕੋਈ ਸਿਆਸੀ ਤੂਫਾਨ ਪੰਜਾਬ ਦੇ ਵਿੱਚ, ਖਾਸ ਕਰਕੇ ਕਾਂਗਰਸ ਦੇ ਵਿੱਚ ਆਉਣ ਵਾਲਾ ਹੈ। ਤੁਹਾਡਾ ਮਤਲਬ ਰਿਸ਼ਤਾ ਤਾਂ ਹੈ, ਪਰ ਨੰਦਾਂ ਦਾ ਕੋਈ ਆ ਤਾਂ ਪਤਾ ਨਹੀਂ, ਤੇ ਹੋ ਸਕਦਾ ਵੀ ਛੁੱਟ ਛੜਾਈਆ ਵੀ ਹੋ ਜੇ ਦੇਰ ਤੱਕ ਇਦਾਂ ਹੀ ਵਿੱਚ ਗੱਲ ਤੁਰਦੀ ਰਹੀ। ਖੈਰ, ਸੁਖਬੀਰ ਸਿੰਘ ਬਾਦਲ ਲਈ ਵੀ ਸੰਕਟ ਹੈ, ਫਿਰ ਕਿਤੇ ਜਲਦੀ ਕੋਈ ਕੋਰ ਕਮੇਟੀ ਬਹੂਗੀ 2-3 ਦਿਨਾਂ 'ਚ, ਵੀ ਕਿਸਾਨ ਤਾਂ ਹੁੰਗਾਰਾ ਨਹੀਂ ਭਰਦੇ ਜੇ ਨਾ ਭਰਿਆ। ਵੈਸੇ ਸਾਡੇ ਕੋਲ ਇਹ ਇੱਕ ਪੁਖਤਾ ਜਾਣਕਾਰੀ ਆ ਕਿ ਚੰਦੂਮਾਜਰਾ ਸਾਹਿਬ ਦੀ ਗੱਲ ਕਿਸਾਨਾਂ ਦੇ ਇੱਕ ਵੱਡੇ ਲੀਡਰ ਨਾਲ ਹੋਈ ਹੈ ਟੈਲੀਫੋਨਿਕਲੀ। ਮਾਲਵੇ ਵੱਲ ਦਾ ਸਭ ਤੋਂ ਵੱਡਾ ਸੰਗਠਨ ਹੈ ਕਿਸਾਨਾਂ ਦਾ, ਤੇ ਥੋੜਾ ਕਾਮਰੇਡੀ ਸੋਚ ਵਾਲਾ ਵੀ ਹੈ, ਤੇ ਉਹਨਾਂ ਨਾਲ ਗੱਲਬਾਤ ਟੈਲੀਫੋਨਿਕਲੀ ਹੋਈ ਹੈ। ਲੇਕਿਨ ਹੁਣ ਅਧਿਕਾਰਤ ਚਿੱਠੀ ਲਿਖਤੀ ਗਈ ਹੈ ਕਿ ਸਾਨੂੰ ਦੱਸੋ ਕਿ ਹੁਣ ਸਾਡੇ ਨਾਲ ਕਦੋਂ ਬਹਿਣਾ ਤੇ ਬਹਿ ਕੇ ਕਦੋਂ ਮੁਕਾਉਣੀ ਆ, ਕਿਉਂਕਿ ਪੰਜਾਬ ਦੇ ਵਿੱਚ ਸਰਗਰਮੀ ਹੁਣ ਨਿਰਭਰ ਕਰਦੀ ਆ, ਮੁਨਸਰ ਹੈ ਕਿਸਾਨਾਂ ਤੇ। ਕਿਉਂਕਿ ਗੱਲ ਤਾਂ ਯੂਪੀ 'ਚ ਹੋਈ ਆ, ਤੇ ਧਮਕ ਕਹਿੰਦੇ ਹੁੰਦੇ ਨਾ ਵੀ ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ, ਸੋ ਇਹ ਧਮਕ ਪੰਜਾਬ 'ਚ ਪੈ ਰਹੀ ਆ। ਇੱਥੇ ਜਾਂਦੇ ਜਾਂਦੇ ਟਿੱਪਣੀ ਦੇ ਦਿਓ ਤੇ ਫਿਰ ਵਿਰਾਮ ਦਈਏ ਅੱਜ ਦੀ ਗੱਲਬਾਤ ਨੂੰ। ਨਹੀਂ, ਬਿਲਕੁਲ ਠੀਕ ਕਹਿ ਰਹੇ ਹੋ। ਜਿਹੜਾ ਕਿਸਾਨੀ ਸੰਘਰਸ਼ ਭਾਵੇਂ ਬਾਰਡਰਾਂ ਤੇ ਛਿੜਿਆ ਹੋਇਆ ਹੈ, ਉਹਦੀ ਧਮਕ ਤੇ ਪੰਜਾਬ ਦੇ ਵਿੱਚ ਪੈ ਰਹੀ ਹੈ। ਬੀਜੇਪੀ ਆਗੂਆਂ ਦਾ ਘਿਰਾਵ, ਔਰ ਉਹ ਬੰਦੇ ਲੱਭਣ ਦੀ ਕੋਸ਼ਿਸ਼ ਕਰਦੀ ਹੈ ਜਿਹੜੇ ਵਿੱਚ ਪੈ ਕੇ ਕੋਈ ਨਾ ਕੋਈ ਕਿਸਾਨੀ ਮੁੱਦੇ ਦਾ ਹੱਲ ਲੱਭਦੇ ਨੇ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਵੀ ਨਾਂ ਵੱਜਦਾ ਸੀਗਾ। ਕਿ ਜਦ ਉਹਨਾਂ ਦੀ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਉਹਨਾਂ ਨਾਲ ਮੀਟਿੰਗ ਹੋਈ ਸੀ, ਉਹਦੇ ਵਿੱਚ ਵੀ ਪੰਜਾਬ ਦੀ ਰਾਜਨੀਤੀ ਤੋਂ ਇਲਾਵਾ ਕਿਸਾਨੀ ਸੰਘਰਸ਼ ਦੇ ਹੱਲ ਦਾ ਵੀ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਪਾਅ ਲੱਭਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਦੂਜੇ ਪਾਸੇ ਜਿਹੜੇ ਭਗਵੰਤ ਮਾਨ ਹੋਣਾ, ਜਿਹੜੇ ਆਪਣੇ ਆਪ ਨੂੰ ਕਿਸਾਨਾਂ ਦੇ ਰਾਖੀ ਵੀ ਮੰਨਦੇ ਨੇ, ਉਹਨਾਂ ਨੇ ਵੀ ਹੁਣ ਪੱਗ ਸਜਾ ਲਈ ਹੈ। ਕਿਉਂਕਿ ਕੇਜਰੀਵਾਲ ਹੋਣਾ
ਲਾਸਟ ਟਾਈਮ ਇਹ ਕਹਿ ਕੇ ਗਏ ਸੀਗੇ ਕਿ ਜਦ ਵੀ ਪੰਜਾਬ ਦੇ ਵਿੱਚ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਉਣਗੇ ਤੇ ਉਸ ਚਿਹਰੇ ਨੂੰ ਪੂਰਾ ਪੰਜਾਬ ਪਿਆਰ ਕਰਦਾ ਰਹੇਗਾ। ਔਰ ਉਹ ਪਿਆਰ ਕਿ ਭਗਵੰਤ ਮਾਨ ਦੇ ਘਰ ਕਈ ਦਿਨਾਂ ਤੋਂ ਉਮੜ ਰਿਹਾ ਹੈ, ਕਈ ਦਿਨਾਂ ਤੋਂ ਉਹਨਾਂ ਦੇ ਘਰ ਪੰਜਾਬੀਆਂ ਦੀ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ ਔਰ ਸਾਰੇ ਇੱਕੋ ਹੀ ਆਵਾਜ਼ ਵਿੱਚ ਕਹਿ ਰਹੇ ਨੇ BM ਫॉर CM, ਯਾਨੀ ਭਗਵੰਤ ਮਾਨ ਫॉर CM। ਪਰ ਹਾਈ ਕਮਾਨ ਨੂੰ ਇਹ ਗੱਲ ਨਜ਼ਰ ਆ ਰਹੀ ਹੈ ਕਿ ਨਹੀਂ ਆ ਰਹੀ, ਇਸ ਗੱਲ ਦੇ ਉੱਤੇ ਹਜੇ ਵੀ ਥੋੜਾ ਜਿਹਾ ਡਾਊਟ ਬਣਿਆ ਹੋਇਆ ਹੈ। ਉਮੀਦ ਹੈ ਕਿ ਕੱਲ 7 ਤਰੀਕ ਨੂੰ ਸ਼ਾਇਦ ਕੇਜਰੀਵਾਲ ਅੰਮ੍ਰਿਤਸਰ ਆ ਰਹੇ ਨੇ, ਕਿਉਂਕਿ ਕੁਝ ਸੂਤਰ ਕਹਿ ਰਹੇ ਨੇ ਆ ਰਹੇ ਨੇ, ਕੁਝ ਕਹਿੰਦੇ ਹਜੇ ਪੱਕਾ ਪ੍ਰੋਗਰਾਮ ਨਹੀਂ ਹੈ। ਉਸ ਪ੍ਰੋਗਰਾਮ ਦੇ ਵਿੱਚ ਤੋਂ ਪਹਿਲੇ ਭਗਵੰਤ ਮਾਨ ਵੀ ਪੱਗ ਸਜਾ ਕੇ ਬਹਿ ਗਏ ਨੇ ਤੇ ਕਹਿੰਦੇ ਵੀ ਐਤਕੀ ਨਹੀਂ ਜਾਣ ਦੂੰਗਾ, ਐਤਕੀ ਤੇ ਮੈਨੂੰ ਐਲਾਨੋ ਤੁਸੀਂ CM, ਫਿਰ ਤਾਂ ਹੀ ਮੈਂ ਅੱਗੇ ਤੁਰੂ। ਭਗਵੰਤ ਮਾਨ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਕੋਈ ਬਹੁਤੀ ਐਕਟੀਵਿਟੀ ਅੱਜ ਕੱਲ੍ਹ ਨਹੀਂ ਕਰ ਰਹੇ ਔਰ ਸ਼ਾਇਦ ਇਸ ਕਰਕੇ ਨਹੀਂ ਕਹਿ ਰਹੇ ਕਿ ਬਈ ਬਰਾਤ ਤੇ ਤਿਆਰ ਹੈ, ਲਾੜਾ ਕਿੱਥੇ ਹੈ ਲੋਕੀ ਪੁੱਛਦੇ ਨੇ। ਉਹਨਾਂ ਨੇ ਕੱਲ ਇਹ ਗੱਲ ਮੀਡੀਆ ਦੇ ਵਿੱਚ ਵੀ ਕਿਹਾ ਕਿ ਮੈਨੂੰ ਸਾਰੇ ਪੁੱਛਦੇ ਨੇ ਵੀ ਬਰਾਤ ਤਿਆਰ ਹੈ, ਲਾੜਾ ਕਿੱਥੇ ਹੈ। ਤੇ ਮੱਲੋ ਮੱਲੀ ਘੋੜੀ ਚੜਨ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ। ਅਗਰ ਕੇਜਰੀਵਾਲ ਉਹਨਾਂ ਕੱਲ ਪੰਜਾਬ ਆਉਂਦੇ ਨੇ ਤੇ ਭਗਵੰਤ ਮਾਨ ਉਹਨਾਂ ਨੂੰ ਘੋੜੀ ਚੜਾਉਂਦੇ ਆ ਕਿ ਨਹੀਂ ਚੜਾਉਂਦੇ ਆ, ਇਹਦੇ ਉੱਤੇ ਵੀ ਸਾਡੀ, ਤੁਹਾਡੀ ਤੇ ਪੂਰੇ ਪੰਜਾਬੀਆਂ ਦੀ ਨਜ਼ਰ। ਬੁਲਾਰੀਆ ਸਾਹਿਬ ਕਹਿੰਦੇ 7 ਨੂੰ ਚਾਰਜ ਰਿਓ, ਆਪ ਵੀ ਤੇ ਫੋਨ ਵੀ ਚਾਰਜ ਰੱਖਿਓ, ਤੇ ਪੂਰਾ ਪੰਜਾਬ ਸੁੱਕਣੇ ਪਾ ਛੜਿਆ। ਤੇ ਹੁਣ ਸਾਨੂੰ ਥੋੜੀ ਜਿਹੀ ਖਬਰ ਅੰਦਰੋਂ ਉੜਦੀ ਮਿਲੀ, ਬੁਲਾਰੀਆ ਸਾਹਿਬ ਨੇ ਇਹ ਸਲੋਗਨ ਜਿਹਾ ਕੱਢ ਕੇ ਮੁੱਖ ਮੰਤਰੀ ਕੈਂਪ ਦੀ ਵੀ ਨੀਂਦ ਉਡਾਤੀ, ਸਿੱਧੂ ਕੈਂਪ ਦੀ ਵੀ ਉਡਾਤੀ, ਦੋਨੇ ਧਰੀ ਪਤਾ ਨਹੀਂ ਕੀ ਹੋਣ ਲੱਗਿਆ। ਉਧਰੋਂ ਕੇਜਰੀਵਾਲ ਦੀ ਕਨਸੋ, ਹਾਲਾਂਕਿ ਉਹ ਵਿਪਾਸਨਾ ਤੇ ਗਏ, ਕੋਈ ਕਨਫਰਮ ਨਹੀਂ ਕਿ ਉਹਨਾਂ ਆਉਣਾ ਕਿ ਨਹੀਂ ਆਉਣਾ, ਪਰ ਉਹ ਜਦੋਂ ਸੁਣਨ ਵਾਲੇ ਦੱਸਦੇ ਆ ਕਹਿੰਦੇ ਉਸ ਦਿਨ ਕੋਈ ਐਪ ਲਾਂਚ ਕਰ ਸਕਦੇ ਬੁਲਾਰੀਆ ਸਾਹਿਬ, ਕਿਉਂਕਿ ਚਾਰਜ ਆਪ ਵੀ ਰਿਓ, ਫੋਨ ਵੀ ਚਾਰਜ ਰੱਖਿਓ, ਹੋ ਸਕਦਾ ਕੋਈ ਐਪ ਉਸ ਦਿਨ ਕੋਈ ਲਾਂਚ ਕਰਨ ਜਾਂ ਕੋਈ ਹੋਰ ਵੀ ਹੋਵੇ। ਇਹ ਸਾਡੀ ਕਨਸੋ ਆ, ਕਨਸੋ ਤੇ ਧਿਆਨ ਘੱਟ ਦਿਓ, 7 ਨੂੰ ਵੇਖ ਲਿਓ। ਪਰ ਮੈਨੂੰ ਇੰਜ ਲੱਗਦਾ ਕਿ ਬਹੁਤਾ ਵੱਡਾ ਕੋਈ ਧਮਾਕਾ ਉਮੀਦ ਆਮੂਦ ਨਾ ਰੱਖਿਓ, ਐਵੇਂ ਫੋਨ ਚਾਰਜ ਤੇ ਲਾ ਕੇ ਸਾੜ ਨਾ ਲਿਓ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।